ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈ, ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ, ਕਿਉਂ ਸਚਿਆਰਾ ਹੋਈਐ, ਕਿਉਂ ਕਿਉਂ ਸਚਿਆਰਾ, ਕਿਉਂ ਸਚਿਆਰਾ ਹੋਈਐ, ਕਿਉਂ ਕੂੜੈ ਟੁੱਟੈ ਪਾਲ, ਕਿਉਂ ਕੂੜੈ ਟੁੱਟੈ ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਨਾਨਕ ਲਿਖਿਆ ਨਾ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈ, ਕਿਉਂ ਕੂੜੈ ਟੁੱਟੈ ਪਾਲ, ਕਿਉਂ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾ। ਪਿਆਰੀ ਸਾਧ ਸੰਗਤ ਜੀ, ਕਾਸ਼ ਇਹ ਸਵਾਲ ਸਾਨੂੰ ਟੁੰਬ ਜਾਏ ਜਿਸ ਅਵਸਥਾ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਕਿਹਾ ਹੈ, ਸਾਡੇ ਸਭ ਵਾਸਤੇ ਫਰਮਾਇਆ ਹੈ। ਜਦੋਂ ਕਦੇ ਵੀ ਉੱਚੀ ਅਵਸਥਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਇੱਕ ਬੜੇ ਸੁਚੱਜੇ ਢੰਗ ਦੇ ਨਾਲ, ਸੁਚੱਜਾ ਭਾਵ ਬੜੇ ਇੱਕ ਸਾਡੇ ਇੱਕ ਚਤਰਾਈ ਨੂੰ ਬੜੇ ਸੁਚੱਜੇ ਢੰਗ ਨਾਲ ਵਰਤਣ ਦੇ ਐਸਕੇਪਿਜ਼ਮ ਦੇ ਖਿਆਲ ਦੇ ਨਾਲ ਕਹਿੰਦੇ ਆ, ਜਦੋਂ ਮੇਰਾ ਅਵਗੁਣ ਰੱਬ ਜੀ ਠੀਕ ਕਰਨਗੇ, ਰੱਬ ਜੀ ਕਿਰਪਾ ਕਰਨਗੇ ਤਾਂ ਠੀਕ ਹੋਏਗਾ। ਦੂਜੀ ਗੱਲ, ਜਦੋਂ ਕਦੇ ਵੀ ਸਾਡੇ ਕੋਲੋਂ ਕੋਈ ਅਵਗੁਣ ਹੁੰਦਾ ਹੈ ਤਾਂ ਅਸੀਂ ਫਿਰ ਇੱਕ ਹੋਰ ਢੰਗ ਵਰਤਦੇ ਹਾਂ ਐਸਕੇਪ ਦਾ। ਜੀ ਇਹ ਬਾਣੀ ਤੇ ਪ੍ਰੈਕਟੀਕਲ ਜੀਣਾ ਬੜਾ ਔਖਾ ਹੈ, ਕਿਉਂਕਿ ਇਹ ਬਾਣੀ ਗੁਰੂ ਸਾਹਿਬ ਨੇ ਜਦੋਂ ਉਚਾਰੀ ਹੈ, ਗੁਰੂ ਸਾਹਿਬ ਦੀ ਬਹੁਤ ਉੱਚੀ ਅਵਸਥਾ ਸੀ। ਉਹ ਗੁਰੂ ਸਨ, ਅਸੀਂ ਦੁਨਿਆਵੀ ਜੀਵ ਹਾਂ। ਅਸੀਂ ਦੁਨਿਆਵੀ ਜੀਵ ਕਹਿ ਕੇ ਅਸੀਂ ਆਪਣਾ ਹਰ ਅਵਗੁਣ ਪ੍ਰੈਕਟਿਸ ਕਰਦੇ ਹਾਂ, ਜਦ ਕਿ ਅਸੀਂ ਖੁਦ ਦੇਖਦੇ ਹਾਂ ਗੁਰੂ ਪਾਤਸ਼ਾਹ ਨੇ ਗ੍ਰਸਥੀ ਜੀਵਨ ਜੀ ਕੇ ਪਤੀ ਪਤਨੀ ਬੱਚਿਆਂ ਦੇ ਵਿਚਕਾਰ ਕਿਰਤਕਾਰ ਕਰਦਿਆਂ ਸਾਰੇ ਸੁੱਖ ਦੁੱਖ ਸਾਡੇ ਸਾਹਮਣੇ ਪਰਿਵਾਰਕ ਸਾਨੂੰ ਦਿਖਾਏ, ਕਿਸ ਤਰ੍ਹਾਂ ਪ੍ਰੀਤੀ ਚੰਦ ਦੇ ਝਗੜੇ ਨੇ, ਇਹ ਸਾਰਾ ਕੁਝ ਸਾਡੇ ਸਾਹਮਣੇ ਵਾਸਤੇ ਇਤਿਹਾਸ ਵਾਪਰਿਆ ਹੋਇਆ ਸਾਨੂੰ ਪ੍ਰੇਰਨਾ ਦੇਣ ਵਾਸਤੇ ਪ੍ਰਾਪਤ ਹੁੰਦਾ ਇਤਿਹਾਸ। ਲੇਕਿਨ ਅਸੀਂ ਗੁਰੂ ਸਾਹਿਬ ਨੂੰ ਉੱਚਿਆਂ ਕਹਿ ਕੇ ਆਪਣੇ ਵੱਲੋਂ ਇਹ ਛੁੱਟੀ ਲੈਣਾ ਚਾਹੁੰਦੇ ਹਾਂ। ਉਹ ਉੱਚੇ ਸਨ,
ਉਹ ਗੁਰੂ ਸਨ, ਅਸੀਂ ਦੁਨਿਆਵੀ ਜੀਵ ਹਾਂ। ਜਦ ਕਿ ਮੈਂ ਸੋਚ ਰਿਹਾ ਹਾਂ ਕਿ ਬਾਣੀ ਦੁਨਿਆਵੀ ਜੀਵਾਂ ਨੂੰ ਹੀ ਠੀਕ ਕਰਨ ਵਾਸਤੇ ਬਣਾਈ ਗਈ ਸੀ, ਪਰ ਅਸੀਂ ਬਹੁਤ ਆਪਣੀ ਮਨ ਕੀ ਮਤ ਦੇ ਨਾਲ ਛੁੱਟੀ ਲੈ ਲਈ ਕਿ ਅਸੀਂ ਦੁਨਿਆਵੀ ਜੀਵ ਹਾਂ, ਔਰ ਆਪਣੇ ਔਗੁਣਾਂ ਵੱਲ ਝਾਤੀ ਅਸੀਂ ਨਹੀਂ ਮਾਰੀ। ਸਾਨੂੰ ਝਾਤੀ ਮਾਰਨ ਦਾ ਚਾਂਸ ਵੀ ਨਹੀਂ ਹੈ। ਕਿਉਂ? ਸਵਾਲ ਉੱਠਦਾ, ਚਾਂਸ ਕਿਉਂ ਨਹੀਂ ਹੈ ਝਾਤੀ ਮਾਰਨ ਦਾ? ਇਸ ਕਰਕੇ ਕਿ ਜਦੋਂ ਮੈਨੂੰ ਕੋਈ ਇਹ ਤਰੀਕਾ ਦੱਸ ਦੇ ਕਿ ਤੁਹਾਡੇ ਘਰ ਪੁੱਤਰ ਨਹੀਂ ਹੈ ਤਾਂ ਇਸ ਤਰੀਕੇ ਨਾਲ ਫਲਾਣਾ ਸ਼ਬਦ ਪੜ੍ਹਨ ਨਾਲ ਪੁੱਤਰ ਮਿਲੇਗਾ, ਤੁਹਾਡੇ ਕੋਲ ਕਾਰ ਨਹੀਂ ਹੈ ਤੇ ਇੰਜ ਮਿਲੇਗੀ, ਜੇ ਤੁਹਾਡਾ ਬਿਜ਼ਨਸ ਨਹੀਂ ਹੈ ਤੇ ਇੰਜ ਚੱਲੇਗਾ, ਤਾਂ ਫਿਰ ਮੈਂ ਇਹਨਾਂ ਚੀਜ਼ਾਂ ਵਾਸਤੇ ਗੁਰਦੁਆਰੇ ਆਵਾਂਗਾ। ਔਰ ਮੈਂ ਕਿਸੇ ਵੀ ਪਾਸਿਓਂ ਇਹ ਮੈਸੇਜ ਨਹੀਂ ਲਵਾਂਗਾ ਕਿ ਬਾਣੀ ਮੇਰਾ ਜੀਵਨ ਸੁਧਾਰਨ ਵਾਸਤੇ ਮੈਨੂੰ ਸੁਨੇਹਾ ਦੇ ਰਹੀ ਹੈ। ਇਸ ਅਵਸਥਾ ਵਿੱਚ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਹਨ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਹਨੂੰ ਕਹਿੰਦੇ ਨੇ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ, ਜੋ ਬਗਲ ਸਮਾਧ ਲਗਾਈ ਹੈ। ਜਿਵੇਂ ਬਗਲਾ ਸਮਾਧੀ ਲਗਾਉਂਦਾ, ਇਸ ਤਰ੍ਹਾਂ ਮੈਂ ਆਪਣੇ ਸਵਾਰਥ ਵਾਸਤੇ ਆਉਂਦਾ ਹਾਂ। ਸਵਾਰਥ ਮੇਰਾ ਹੋਣਾ ਚਾਹੀਦਾ ਸੀ, ਮੇਰਾ ਅਵਗੁਣ ਹੈ, ਇਹ ਕਿੱਥੇ ਠੀਕ ਨਹੀਂ ਹੋ ਸਕਦਾ। ਮੈਂ ਚਾਰੇ ਕੁੰਡਾਂ ਭਾਲੀਆਂ ਤੂੰ ਜੇ ਵਡਨਾ ਸਾਈਆਂ। ਮੇਰਾ ਅਵਗੁਣ ਤੁਹਾਡੇ ਤੋਂ ਇਲਾਵਾ ਕੋਈ ਦੂਰ ਨਹੀਂ ਕਰ ਸਕਦਾ। ਮੈਂ ਆਪਣਾ ਸਵਾਰਥ ਇਹ ਲੈ ਕੇ ਆਇਆ ਹਾਂ। ਕਾਈਂਡਲੀ ਗ੍ਰਾਂਟ ਮੀ ਯੋਰ ਵਿਜ਼ਡਮ। ਆਪਣੀ ਸੁਮਤ ਬਖਸ਼ੋ, ਮੇਰਾ ਅਵਗੁਣ ਠੀਕ ਕਰਨ ਵਾਸਤੇ ਮੈਨੂੰ ਅਕਲ ਦਿਓ। ਮੈਨੂੰ ਐਸੀ ਸੁਜਾਨ ਮਤ ਦਿਓ ਕਿ ਮੈਂ ਅਵਗੁਣ ਨੂੰ ਪਛਾਣ ਸਕਾਂ। ਅਵਗੁਣ ਅਸੀਂ ਵੈਸੇ ਸਾਰੇ ਜਾਣਦੇ ਹਾਂ। ਸਮਾਜ ਵਿਗੜ ਗਿਆ ਹੈ, ਨੌਜਵਾਨ ਬੱਚੇ ਵਿਗੜ ਗਏ ਹਨ, ਹਰ ਕੋਈ ਬੇਈਮਾਨ ਹੈ, ਰਿਸ਼ਵਤਖੋਰੀ ਬਹੁਤ ਹੈ, ਸਰਕਾਰਾਂ ਠੀਕ ਨਹੀਂ ਜੀ, ਨਹੀਂ ਨੇ ਜੀ, ਉਹ ਜੀ ਗੁਰਦੁਆਰੇ ਪੋਲੀਟਿਕਸ ਦੇ ਅੱਡੇ ਬਣ ਗਏ ਨੇ ਜੀ, ਉਹ ਜੀ ਉਹ। ਇਸ ਤਰੀਕੇ ਨਾਲ ਦੁਨੀਆ ਭਰ ਦਾ ਹਰ ਅਵਗੁਣ ਅਸੀਂ ਡਿਸਕਸ ਕਰਦੇ ਹਾਂ, ਬਟ ਵੀ ਨੈਵਰ ਟਾਕ ਅਬਾਊਟ ਦਾ ਸੋਲੂਸ਼ਨਸ। ਫਿਰ ਪਤਾ ਲੱਗਦਾ ਗੁਰੂ ਪਾਤਸ਼ਾਹ ਨਾਲ ਅਵਗੁਣ ਦੀ ਗੱਲ ਕਰਿਆ ਕਰੀਏ। ਕਿਉਂ? ਜਿਸ ਕਿਸੇ ਨੂੰ ਮੈਂ ਆਪਣਾ ਅਵਗੁਣ ਦੱਸਾਂ, ਫਰਜ਼ ਕਰੋ ਇਸ ਇਨਸਾਨ ਨੂੰ ਜਾਂ ਇਸ ਇਨਸਾਨ ਨੂੰ, ਕਿਸੇ ਨੂੰ ਮੈਂ ਆਪਣਾ ਅਵਗੁਣ ਦੱਸਾਂ, ਉਹ ਮੇਰਾ ਅਵਗੁਣ ਲੈ ਕੇ ਦੂਜਿਆਂ ਨੂੰ ਜਾ ਕੇ ਦੱਸੇਗਾ। ਇਹ ਸਾਡੀ ਆਦਤ। ਪਰ ਗੁਰੂ ਪਾਤਸ਼ਾਹ ਜੀ ਦੀ ਆਦਤ, ਗੁਰੂ ਦਾ ਬਿਰਦ, ਇਤਨਾ ਕੀਮਤੀ ਸ਼ਬਦ ਜਿਹੜਾ ਕਿ ਮੇਰੇ ਖਿਆਲ ਨਾਲ 70, 80, 90, 100 ਸਾਲ ਤੋਂ ਪਾਪੂਲਰ ਹੈ ਉਸ ਟਿਊਨ 'ਤੇ, ਉਸਨੂੰ ਉੱਥੇ ਹੀ ਗਾਉਂਦੇ ਹਾਂ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸਚ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਇਹ ਸ਼ਬਦ ਇਸ ਪੰਕਤੀ ਤੋਂ ਪਾਪੂਲਰ ਹੋਇਆ ਹੈ। ਅਸੀਂ ਇਹਦੇ ਅਰਥ ਸਮਝਦੇ ਸਾਂ, ਕੋਈ ਵੀ ਇਨਸਾਨ ਸੂਈ ਸੇ ਲੈ ਕੇ ਜਹਾਜ਼ ਤੱਕ ਜੋ भी मांगे भगवान जी दे देते हैं। इसलिए ਉਹਦੇ ਵਿੱਚ ਅੱਜ ਕੱਲ੍ਹ ਇੱਕ ਨਵੀਂ ਆਈਟਮ ਪਿਛਲੇ 2-3 ਸਾਲਾਂ ਤੋਂ ऐड हो गई है। अगर कोई बाहर का वीज़ा मांगे तो एक छोटा सा चाइनीज़ बना हुआ जहाज़ चढ़ाओ, तुमको बाहर का वीज़ा मिलेगा। यह उस लिस्ट ऐड हो गया।
ਜੋ ਮੰਗੇ ਠਾकुर ਦਾ ਮੈਨਾ ਅਸੀਂ ਸਮਝਾਇਆ ਸੀ, ਆਪ ਅਗਰ ਜੋ ਕੁਛ ਵੀ ਮੰਗੋ, ਜੋ ਕੁਛ ਵੀ ਮੀਨਸ ਦੁਨਿਆਵੀ ਪਦਾਰਥਾਂ 'ਚੋਂ, ਇਹ ਅਸੀਂ ਸਮਝਦੇ ਸਾਂ। ਸਾਡੀ ਪੁਸਤਕ ਆਈ ਹੈ, ਸੰਗਤਾਂ ਨਾਲ ਅਸੀਂ ਸਾਂਝ ਕੀਤੀ, ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1। ਉਹਦੇ ਵਿੱਚ ਅਸੀਂ ਸਮਝਿਆ ਕਿ ਇਸ ਸ਼ਬਦ ਦਾ ਪਹਿਲਾਂ ਰਹਾਉ ਤੇ ਸਮਝ ਲਈਏ। ਰਹਾਉ ਕੀ ਹੈ? ਹਰ ਜਨ ਰਾਖੈ ਗੁਰ ਗੋਬਿੰਦ, ਰਾਖੈ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੈ, ਦਿਆਲ ਪੁਰਖ ਬਖਸ਼ੰਦ। ਰਹਾਉ ਕੰਠ ਲਾਏ ਅਵਗੁਣ ਸਭ ਮੇਟੈ, ਦਿਆਲ ਪੁਰਖ ਬਖਸ਼ੰਦ। ਰਹਾਉ ਜੋ ਮੰਗੈ ਠਾकुर, ਸੋਈ ਸੋਈ ਦੇਵੈ। ਗੁਰੂ ਪਾਤਸ਼ਾਹ ਰਹਾਉ 'ਚ ਸ਼ਬਦ ਦੀ ਜਿਸਟ ਰੱਖਦੇ ਨੇ, ਔਰ ਰਹਾਉ 'ਚ ਕਹਿ ਰਹੇ ਨੇ ਰੱਬ ਜੀ ਨਾਲ ਜਦੋਂ ਗੱਲ ਕਰੋ ਨਾ, ਉਹ ਤੁਹਾਡੀ ਗੱਲ ਨੂੰ ਜ਼ਾਇਆ ਨਹੀਂ ਜਾਣ ਦਿੰਦੇ ਨੇ। ਫਰਿਆਦ ਹੋਣੀ ਚਾਹੀਦੀ ਹੈ, ਪਰ ਕਿਹੜੀ? ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਤੇਰੇ ਜੀ ਦੀ ਬਿਰਥਾ ਹੈ, ਗੁਰੂ ਅੱਗੇ ਗੱਲ ਕਰ, ਔਰ ਗੱਲ ਕਰਨ ਵੇਲੇ ਕੀ ਕਰ? ਛੋੜ ਸਿਆਣਪ ਸਗਲ, ਮਨ ਤਨ ਅਰਪ ਧਰ। ਆਪਣੀ ਸਿਆਣਪ ਚਤਰਾਈ ਔਗੁਣਾ ਵਾਲੀ ਮੱਤ ਰੱਖ ਦੇ। ਸਾਧ ਸੰਗਤ ਜੀ, ਮੈਂ ਹੈਰਾਨ ਹੀ ਰਹਿ ਜਾਂਦਾ ਜਦੋਂ ਬਾਣੀ ਦੀ ਗਹਿਰਾਈ 'ਚ ਜਾਂਦੇ ਹਾਂ। ਬਾਣੀ ਕਹਿ ਰਹੀ ਹੈ ਗੁਰੂ ਨਾਲ ਗੱਲ ਕਰ, ਅਤੇ ਗੱਲ ਕੀ ਕਰ? ਗੁਹਜ ਗੱਲ ਜੀ ਕੀ ਕੀਜੈ ਸਤਿਗੁਰ ਪਾਸ। ਗੁਹਜ ਤੇਰੀ ਮੋਸਟ ਪ੍ਰਾਈਵੇਟ, ਜਿਹੜੀ ਤੂੰ ਕਿਸੇ ਹੋਰ ਨੂੰ ਦੱਸੇਂਗਾ, ਉਹ ਸਾਰੀ ਦੁਨੀਆ ਵਿੱਚ ਜਾ ਕੇ ਤੇਰੀ ਭੰਡੀ ਕਰੇਗਾ। ਤੂੰ ਆਪਣਾ ਅਵਗੁਣ ਗੁਰੂ ਅੱਗੇ ਦੱਸ। ਲੇਕਿਨ ਗੁਰੂ ਕੀ ਕਰਦਾ? ਜੋ ਮੰਗੇ ਠਾकुर ਆਪਣੇ ਸ਼ਬਦ ਦੇ ਅਰਥਾਂ ਵਿੱਚ ਕਹਿੰਦੇ ਨੇ, ਉਹ ਰਾਖੀ ਲੈਂਦਾ ਤੇਰੀ ਗੱਲ, ਕਿਸੇ ਨੂੰ ਦੱਸਦਾ ਨਹੀਂ ਹੈ, ਤੇਰੀ ਭੰਡੀ ਨਹੀਂ ਕਰਦਾ। ਕਿਉਂਕਿ ਗੁਰੂ ਸਿਖਾਉਂਦਾ ਹੈ ਸਾਨੂੰ, ਨਿੰਦਾ ਭਲੀ ਕਿਸੇ ਕੀ ਨਹੀਂ। ਕਿਉਂਕਿ ਗੁਰੂ ਸਾਨੂੰ ਸਿਖਾਉਂਦਾ ਹੈ, ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਅਤੇ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਇਸ ਕਰਕੇ ਕੋਈ ਵੀ ਹੂਸੋਐਵਰ, ਦੁਨੀਆ ਦਾ ਕੋਈ ਵੀ ਇਨਸਾਨ ਗੁਰੂ ਅੱਗੇ ਆ ਕੇ ਗੱਲ ਕਰੇ, ਮੈਂ ਅਵਗੁਣੀ ਆ ਰਹਾ ਹਾਂ, ਔਰ ਅਵਗੁਣ ਵੀ ਇੱਕ ਦੋ ਨਹੀਂ ਨੇ ਮੇਰੇ ਅੰਦਰ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ। ਜਦੋਂ ਇਸ ਤਰ੍ਹਾਂ ਆ ਕੇ ਸਰੈਂਡਰ ਕਰਦਾ ਨਾ, ਹਰ ਜਨ ਰਾਖੇ ਗੁਰ ਗੋਬਿੰਦ। ਸਤਿਗੁਰ ਕੀ ਕਰਦਾ? ਸਤਿਗੁਰ ਕੰਠ ਲਾਏ ਅਵਗੁਣ ਸਭ ਮੇਟੇ। ਸਾਰਾ ਸ਼ਬਦ ਅਵਗੁਣ ਰੱਖਣ ਬਾਰੇ ਚੱਲ ਰਿਹਾ ਹੈ। ਅਵਗੁਣ ਨੂੰ ਦੂਰ ਕਰਾਉਣ ਬਾਰੇ ਜੋ ਮੰਗੇ ਠਾकुर ਆਪਣੇ ਦਾ ਸ਼ਬਦ ਹੈ, ਪਰ ਉਸ ਨੂੰ ਪੂਰਾ ਬਿਜ਼ਨਸ ਬਣਾਉਣ ਵਾਸਤੇ ਟਵਿਸਟ ਕਰ ਦਿੱਤਾ ਗਿਆ ਦੁਨਿਆਵੀ ਪਦਾਰਥਾਂ ਦਾ। ਪੁੱਤਰ ਲੈਣਾ ਹੈ, ਫਲਾਣੀ ਜਗ੍ਹਾ ਜਾਓ, ਇਹ ਵਾਲੀ ਆਈਟਮ ਚਾਹੀਦੀ ਹੈ, ਫਲਾਣੀ ਜਗ੍ਹਾ ਸੁਖਣਾ ਸੁੱਖੋ, ਇਹ ਵਾਲੀ ਆਈਟਮ ਚਾਹੀਦੀ ਹੈ, ਇਤਨੇ ਗਿਣਤੀਆਂ ਮਿਣਤੀਆਂ ਦੇ ਪਾਠ ਕਰੋ, ਇਹ ਵਾਲੀ ਆਈਟਮ ਚਾਹੀਦੀ ਹੈ, ਉੱਥੇ ਜਾਓ। ਇਸ ਤਰੀਕੇ ਦੇ ਨਾਲ ਇਹ ਵਾਲੀ ਸਾਰੀ ਸਾਨੂੰ ਆਦਤ ਪਾ ਦਿੱਤੀ ਗਈ। ਮੈਨੂੰ ਇੰਟਰੋਸਪੈਕਸ਼ਨ ਆਪ ਨੜਾ ਗਿਰਵਾਨ, ਮੈਂ ਸਿਰ ਨੀਵਾ ਕਰ ਵੇਖਣਾ ਤੇ ਭੁੱਲ ਹੀ ਗਿਆ। ਕੰਠ ਲਾਏ ਅਵਗੁਣ ਸਭ ਮੇਟੈ,
ਦਿਆਲ ਪੁਰਖ ਬਖਸ਼ਿੰਦ, ਉਹ ਕਾਈਂਡ ਹਾਰਟ ਹੈ ਨਾ, ਜੋ ਵੀ ਸਾਡੇ ਤੇ ਕਾਈਂਡ ਹਾਰਟ ਹੋ ਜਾਏਗਾ ਉਹ ਸਾਡਾ ਅਵਗੁਣ ਛੁਪਾਏਗਾ, ਦੂਜਿਆਂ ਨੂੰ ਦੱਸੇਗਾ ਨਹੀਂ। ਇਸ ਅਵਸਥਾ ਨੂੰ ਵੀ ਸਿਮਰਨ ਕਹਿੰਦੇ ਹਨ। ਕਿਸੇ ਦਾ ਅਵਗੁਣ ਦੇਖ ਕੇ ਵੇਖ ਕੇ ਅਣਡਿੱਠ ਕਰਨਾ, ਇਹਨੂੰ ਵੀ ਸਿਮਰਨ ਦੀ ਅਵਸਥਾ ਕਹਿੰਦੇ ਹਨ। ਕਾਸ਼ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇੱਕ ਬਹੁਤ ਕੀਮਤੀ ਪੁਸਤਕ ਸਿਮਰਨ ਦੀਆਂ ਬਰਕਤਾਂ ਪੜ੍ਹੀਏ। ਜੋ ਇਨਸਾਨ ਸਿਮਰਨ ਕਰਦੇ ਹਨ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ। ਸਿਮਰਨ ਕਰਨ ਦਾ ਸਦਕਾ ਅਸੀਂ ਇੱਥੇ ਤੱਕ ਮਹਦੂਦ ਹਾਂ, ਮੈਂ ਸਿਮਰਨ ਕਰਨਾ ਹੈ। ਸਿਮਰਨ ਕਰਨਾ ਮਾੜੀ ਗੱਲ ਨਹੀਂ ਹੈ, ਬਹੁਤ ਕੀਮਤੀ ਗੱਲ ਹੈ, ਪਰ ਅਸੀਂ ਇਸ ਗੱਲ ਉੱਤੇ ਬਿਲਕੁਲ ਵੀ ਸਟ੍ਰੈਸ ਨਹੀਂ ਦੇ ਰਹੇ ਕਿ ਮੈਂ ਆਪਣੇ ਅਵਗੁਣਾਂ 'ਚ ਝਾਤੀ ਮਾਰਨੀ ਹੈ। ਅਵਗੁਣ ਛੋੜ ਗੁਣਾ ਕੋ ਤਾਬੋ, ਮੈਨੂੰ ਦਿਨੋ ਦਿਨ ਮਿਹਨਤ ਕਰਨੀ ਹੈ। ਅਤੇ ਜਿੱਥੋਂ ਮੈਨੂੰ ਚੰਗਾ ਗੁਣ ਮਿਲੇ, ਗੁਣਾ ਕਹੋ ਵੈ ਵਾਸਲਾ, ਗੁਣਾ ਕਹੋ ਵੈ ਵਾਸਲਾ, ਕੱਢ ਵਾਸ ਲਈ ਜੈ, ਕੱਢ ਵਾਸ ਲਈ ਜੈ, ਗੁਣਾ ਵਾਸਲਾ, ਗੁਣਾ ਕਹੋ ਵੈ ਵਾਸਲਾ। ਜਿੱਥੋਂ ਤੈਨੂੰ ਗੁਣ ਮਿਲਣ, ਗੁਣਾਂ ਦੀ ਸਾਂਝ ਕਰਿਆ ਕਰ। ਪਰ ਅਫਸੋਸ ਦੀ ਗੱਲ, ਸਾਨੂੰ ਧਰਮ ਦੀਆਂ 2-4 ਗੱਲਾਂ ਆ ਜਾਣ ਔਰ ਅਸੀਂ ਗੁਰਦੁਆਰੇ ਜਾਂ ਮੰਦਰ ਮਸਜਿਦ ਆਉਣਾ ਸ਼ੁਰੂ ਕਰ ਦਈਏ, ਅਸੀਂ ਦੂਸਰਿਆਂ ਦੇ ਅਵਗੁਣ ਨਿੰਦਾ ਦੇ ਰੂਪ ਵਿੱਚ ਇੱਕ ਦੂਜੇ ਨਾਲ ਡਿਸਕਸ ਕਰਦੇ ਹਾਂ। ਇਸ ਕਰਕੇ ਸਾਡਾ ਲਾਸਟ ਜਿਹੜਾ ਸੈਮੀਨਾਰ ਹੋਇਆ, ਉਸ ਸੈਮੀਨਾਰ ਵਿੱਚ 26 ਜਨਵਰੀ ਨੂੰ ਅਸੀਂ ਟੌਪਿਕ ਰੱਖਿਆ ਸੀ ਨਿੰਦਕ। ਜਦੋਂ ਸਾਡਾ ਸੁਭਾਅ ਨਿੰਦਕ ਬਣ ਜਾਂਦਾ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ, ਅਸੀਂ ਉਹਦੇ ਵਿੱਚ ਡਿਸਕਸ ਕੀਤਾ ਸੀ। ਕਿਉਂਕਿ ਮੈਂ ਸਾਇੰਸ, ਕੈਮਿਸਟਰੀ, ਮੈਡੀਕਲ ਦੇ ਅਮਰੀਕਾ ਤੱਕ ਡਾਕਟਰਸ ਨਾਲ ਗੱਲ ਕਰਦਾ, ਉਹਨਾਂ ਨੂੰ ਮੈਂ ਪੁੱਛਦਾ, ਜਦੋਂ ਕਦੇ ਕਿਸੇ ਇਨਸਾਨ ਨੂੰ ਦੱਸਿਆ ਜਾਂਦਾ ਤੇਰਾ BP ਹਾਈ ਇਹਨਾਂ ਗੱਲਾਂ ਕਰਕੇ ਹੁੰਦਾ ਹੈ, ਉਸ ਇਨਸਾਨ ਨੂੰ ਕਿਹਾ ਜਾਏ ਨਾ ਆਪ ਨਿਮਕ ਅਬ ਕਮ ਖਾਇਆ ਕਰੋ, ਤਾਂ ਇਨਸਾਨ ਆਪਣੇ ਭਲੇ ਵਾਸਤੇ ਲੂਣ ਘੱਟ ਖਾਂਦਾ। ਜਿਹਦੀ ਸ਼ੂਗਰ ਜਾਂਦਾ ਉਹ ਆਪਣੇ ਭਲੇ ਵਾਸਤੇ ਆਪੇ ਹੀ ਸ਼ੂਗਰ ਘਟਾ ਦਿੰਦਾ, ਕਿਉਂਕਿ ਉਹਨੂੰ ਫਿਕਰ ਪੈ ਜਾਂਦਾ ਮੈਂ ਮਰ ਜਾਂਗਾ। ਕਾਸ਼ ਗੁਰਬਾਣੀ ਪੜ੍ਹ ਕੇ ਡਾਕਟਰ ਅੱਜ ਦੁਨੀਆ ਨੂੰ ਦੱਸਣ ਕਿ ਜਦੋਂ ਤੂੰ ਕਿਸੇ ਦੀ ਨਿੰਦਾ ਕਰਦਾ ਹੈ, ਹੋ ਸਕਦਾ ਤੂੰ ਉਸ ਨੂੰ ਡਿਫੇਮ ਨਾ ਕਰ ਪਾਏ, ਹੋ ਸਕਦਾ ਡਿਫੇਮ ਕਰ ਵੀ ਪਾਏ, ਹੋ ਸਕਦਾ ਤੂੰ ਉਸ ਦਾ ਕੁਝ ਵਿਗਾੜ ਸਕੇ, ਹੋ ਸਕਦਾ ਨਾ ਵਿਗਾੜ ਸਕੇ। ਇਹ 2 ਆਪਸ਼ਨਸ ਤੋਂ ਪਹਿਲੀ ਆਪਸ਼ਨ ਤੋਂ ਵੀ ਪਹਿਲਾਂ ਤੇਰੇ ਨਾਲ ਇੱਕ ਗੱਲ ਵਾਪਰੇਗੀ। ਜਦੋਂ ਤੈਨੂੰ ਨਿੰਦਾ ਦਾ ਵਾਇਰਸ, ਕਿਸੇ ਦੀ ਨਿੰਦਾ ਕਰਨ ਦਾ ਵਾਇਰਸ ਅੰਦਰ ਆਇਆ ਨਾ, ਤੇਰਾ ਆਪਣਾ ਮਾਨਸਿਕ ਸੰਤੁਲਨ ਗਵਾਚ ਜਾਏਗਾ, ਕਿਉਂਕਿ ਤੂੰ ਆਪਣੀ ਮੈਮਰੀ ਚਿਪ ਦੇ ਅੰਦਰ ਦੁਨੀਆ ਦੇ ਅਵਗੁਣ ਇਕੱਠੇ ਰੱਖੇਗਾ ਔਰ ਡਾਕੀਆ ਬਣ ਕੇ ਹਰ ਕਿਸੇ ਨੂੰ ਅਵਗੁਣ ਸੁਣਾਉਣ ਦੀ ਜਾਂਚ ਦੀ ਪ੍ਰੈਕਟਿਸ ਕਰੇਗਾ। ਕਾਸ਼ ਮੈਡੀਕਲ ਸਾਇੰਸ ਰਾਹੀਂ ਇਹ ਵੀ ਦੁਨੀਆ ਨੂੰ ਦੱਸਿਆ ਜਾਏ ਕਿ ਜਦੋਂ ਕ੍ਰੋਧ ਕਰਦੇ ਹਾਂ ਤਾਂ ਸਾਡੇ 'ਤੇ ਕੀ ਵਾਪਰਦਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ, ਉਹ ਕੀ ਹੁੰਦਾ ਹੈ। ਕਾਸ਼ ਇਹ ਡਿਸਕਸ ਹੋਏ ਕਿ ਨਿੰਦਾ ਕਰਨ ਤੋਂ ਬਾਅਦ ਤੇਰਾ ਆਪਣਾ ਕੀ ਨੁਕਸਾਨ ਹੁੰਦਾ ਹੈ। ਇਸ ਤਰੀਕੇ ਦੇ ਨਾਲ ਅਸੀਂ ਸੈਮੀਨਾਰਸ ਕਰਦੇ ਹਾਂ, ਇੱਕ ਇੱਕ ਸ਼ਬਦ ਨੂੰ ਆਪਣੇ 'ਤੇ ਟੁਕਾਉਂਦੇ ਹਾਂ, ਚੰਗਾ ਖੁੱਲ੍ਹਾ 4-4 5-5 ਘੰਟੇ ਦਾ ਟਾਈਮ ਲੈ ਕੇ ਕਿ ਇਹ ਸ਼ਬਦ ਮੇਰੇ 'ਤੇ ਅਪਲਾਈ ਕਿਵੇਂ ਹੁੰਦਾ ਹੈ। ਆਪਣਾ ਅਵਗੁਣ ਸਤਿਗੁਰੂ ਜੀ ਅੱਗੇ ਰੱਖਦੇ ਹਾਂ। ਸਤਿਗੁਰੂ ਜੀ ਮੇਰੀ ਨਿੰਦਾ ਨਹੀਂ ਕਰਦੇ, ਬਲਕਿ ਮੇਰਾ ਨਾ ਇੱਕ ਬੜਾ ਕੀਮਤੀ ਕੰਮ ਕਰਦੇ ਨੇ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਅੱਗੇ ਕਹਿੰਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ। ਕਿਰਪਾ ਕਟਾਖ ਹੁੰਦਾ ਹੈ ਮਾਈਕਰੋਸਕੋਪਿਕਲੀ ਬਹੁਤ ਕਾਈਂਡ ਹਾਰਟ ਹੋ ਕੇ ਮੇਰੇ ਅਵਗੁਣ ਦਾ ਅਵਲੋਕਨ ਕਰਦੇ ਨੇ, ਮੇਰਾ ਐਨਾਲਿਸਿਸ ਕਰਦੇ ਨੇ। ਤੂੰ ਕਿੱਥੋਂ ਕਿੱਥੋਂ ਅਵਗੁਣ ਆ ਰਹਾ ਹੈ। ਆਪਣੇ ਦਿਲ 'ਚੋਂ ਵੀ ਬੋਲ, ਪਰ ਜੇ ਨਾ ਵੀ ਬੋਲੇ ਤਾਂ ਅੰਤਰਜਾਮੀ ਸਭ ਕੁਝ ਜਾਣਦੇ ਹੈ ਰੱਬ ਜੀ।
तेरे अवगुण ਨੂੰ ਮਾਈਕਰੋਸਕੋਪਿਕਲੀ ਦੇਖਦੇ ਨੇ ਔਰ ਦੇਖ ਕੇ ਕੀ ਕਰਦੇ ਨੇ, ਕਿਰਪਾ ਕਟਾਖ ਅਵਲੋਕਨ ਕੀਨੋ। ਕਿਰਪਾ ਵਿੱਚ ਫਿਰ ਕੀ ਕਰਦੇ ਨੇ, ਦਾਸ ਕਾ ਦੁੱਖ ਬਿਦਾਰਿਓ। ਸਾਰਾ ਸ਼ਬਦ अवगुण रूपी दुख दूर करन दे बारे है। जो मांगे ठाकुर, जो भी यहाँ पर आके अवगुण दूर करने के लिए मांगता है, सोई सोई देवे। उसको उसका वो वाला अवगुण दूर करने की मत दे देते हैं। सतगुर बख्श देता है सुमत। काश असी इस तरह आइए। और जदों असी इस अवस्था नाल आंदे हां तां की हुंदा है, नानक दास मुख ते जो बोले इहां उहां सच होए। इहां उहां की हुंदा है, इहां उहां हुंदा है इत्थे उत्थे आगे पाछे। इहां हुंदा है लोक परलोक। लोक हुंदा है बाहरले मेरे एक्शनस, बाहरला मेरा जीवन। परलोक हुंदा मेरे अंदर दा जीवन। जे मेरा परलोक ठीक हो जाए, मेरा लोक सुहेला हो जाता है। लोक सुखीए परलोक सुहेले इसनूं कहंदे ने। अते जिहदा लोक बाहरों ठीक नहीं है, वो अंदरों कुछ गड़बड़ है, उहनूं कहंदे ने लोक गयो परलोक गवाया। जिसने अपना थॉट प्रोसैस ठीक नहीं किया, वो बाहरों बगले वाले, जियो मैले बाहरों निर्मल वाले, मन होर मुख होर वाले, गलियां सी चंगियां आचारी बुरियां वाले एक्शनस हिपोक्रेसी वाले कर सकता है। लेकिन उहदा की होया, लोक गयो परलोक गवायो। काश असी इस अवस्था च आके जपजी साहब का यह सवाल समझिया करिए, मैं सचियारा किवें बना, क्यों सचियारा हुई है, क्यों सचियारा हुई है, क्यों कूड़ा टुट्टा पाल, हुक्म रजाई चलना। हुण आंसर जिहड़ा दिता है, रजा अनुसार चलिया कर। अते अगे कहंदे ने नानक लिखिया नाल, वो रजा हुक्म तेरे नाल लिखिया होया। तेरे अंदर रब जी वसदे ने, तेरे नाल है। ए हुक्म रजाई चलना 38 पौड़ियां विच आंसर नूं इलैबोरेट कीता है। इलैबोरेट करके सिखाया है, समझाया है कि तू कुड़ियार तो सचियार किवें बनना है। असी अपनी पुस्तक अंदर साझ की है कि जो कुड़ियार तो सचियार बनना चाहता है, वो मानो विरला बनना चाहता है। वो नम्रता विच अपने अवगुण समर्पण करके जे को मन जाने मन कोए, वो विरला बनन दी जात सीखण आया है। वो जो जो बाणी विचारेगा, बाणी चो अपने अवगुण लभेगा, तो उन्हां अवगुणों तो अपना छुटकारा करेगा। उन्होंने कहते हैं शब्द विचार करना। सतगुर नो सबको देखदा जेता जगत संसार, डिठै मुकत न होवी, जिचर शब्द ना करे विचार। दे अर्थ सामने इस तरह करिए, जेकर शब्द ना करे विचार का मतलब ट्रांसलेशन, शब्द ना करे विचार का मतलब की लैक्चर, शब्द ना करे विचार का मतलब होंदा है सतगुर नो सबको देखदा जेता जगत संसार, डिठे मुकत ना होवी। केवल देखने से, केवल लेक्चर देने से, केवल ट्रांसलेशन कर लेने से, केवल किताबां लिख लेने से नहीं होगा। किस तरह होएगा? विचार का अर्थ निकलेगा। मान लिया इत्थों असी इत्थे तक जर्नी शुरू करिए, ऐश बाणी पढ़नी शुरू की, शुद्ध सीखी, उचारण शुद्ध सीखिया, ग्रामर सीखी, अर्थ सीखे, लफ्जी अर्थ सीखे, रहाव सीखिया, भाव अर्थ सीखिया। भाव अर्थ सीखण तो बाद अपने ते अमली तौर पर जीविया, जीण तो बाद जिहड़ा जीवन बनिया, इस पूरी जर्नी नूं शब्द विचार कहंदे ने। शब्द विचार डज नॉट मीन मीयरली खर चंदन जस पारा, खोते वांगू एक नॉलेज सिर ते रख लैण वाली गल नहीं है। स्वाद ही तां बनेगा चिम चिम बरसै अमृत धारा, मन पीवै सुण शब्द विचारा। जदों सच नूं जींदे हाँ तां शब्द विचार कंप्लीट होंदी है। वरना जिहड़ी साडे कोल नॉलेज होगी जर्नलिस्ट दी होंदी है। जर्नलिस्ट कोल भी सारी नॉलेज होंदी है, टीचर कोल भी सारी नॉलेज होंदी है। टीचर दुनिया नूं कह रहा होंदा, बच्चे नूं पढ़ा रहा होंदा शराब पीना माड़ी गल है, पर आप शराब पी लैंदा है शाम नूं। टीचर बच्चों नूं सिखा रहा होंदा वैर नहीं रखना चाहिए, पर नाल दे कमरे अंदर जिसनूं असी स्टाफ रूम कहंदे आ,
ਉੱਥੇ ਦੂਜੇ ਟੀਚਰਾਂ ਨਾਲ ਨਫ਼ਰਤ ਕਰਦਾ ਹੀ ਹੈ। ਬੱਚਿਆਂ ਨੂੰ ਸਿਖਾਉਂਦਾ ਵੈਰ ਨਹੀਂ ਰੱਖਣਾ ਚਾਹੀਦਾ, ਸਟਾਫ ਰੂਮ ਦੇ ਅੰਦਰ ਪੂਰੀ ਪੋਲਿਟਿਕਸ ਖੇਡਦਾ ਹੈ। नॉलेज होना और बात है, प्रैक्टिकल जीना शब्द विचार कहलाता है। सो ਜਦੋਂ ਇਹ ਰਜ਼ਾ ਅਨੁਸਾਰ ਚੱਲਦੇ ਹਾਂ, ਚਲਦੇ ਚਲਦੇ ਉਸ ਨੂੰ ਆਪਣੀ ਸਾਰੀ ਪੌੜੀਆਂ ਤੋਂ ਬਾਅਦ ਇੱਕ ਮੇਨ ਗੱਲ ਉਹਦੇ ਪੱਲੇ ਪਈ ਸੀ ਸ਼ੁਰੂ ਵਿੱਚ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਲੀ ਪੌੜੀ ਤੋਂ ਬਾਅਦ ਉਸ ਨੂੰ ਗੱਲ ਸਮਝਾਈ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸੁਣੀ ਦਾ ਮਤਲਬ ਇਹ ਹੁੰਦਾ ਹੈ ਹੀਅਰਿੰਗ ਔਰ ਲਿਸਨਿੰਗ ਦਾ ਡਿਫਰੈਂਸ। ਹੀਅਰਿੰਗ ਹੁੰਦਾ ਇੱਕ ਕੰਨ ਤੋਂ ਸੁਣਿਆ, ਦੂਜੇ ਕੰਨ ਤੋਂ ਬਾਹਰ। ਲਿਸਨਿੰਗ ਹੁੰਦਾ ਇੱਕ ਕੰਨ ਤੋਂ ਸੁਣਿਆ, ਹਿਰਦੇ ਜਾ ਕੇ ਤੀਰ ਵਸਿਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਧ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਜੀ ਛੇਕ। ਹੁਣ ਸਮਰਪਿਤ ਹੋ ਗਿਆ, ਵਨ ਇਜ਼ ਬਾਉਂਡ ਟੂ ਸਰੈਂਡਰ। ਛੇਕ ਹੋ ਗਿਆ ਨਾ ਕਲੇਜੇ ਵਿੱਚ। ਜਦੋਂ ਇੱਕ ਮਨੁੱਖ ਆਪਣੇ ਆਪ ਸਤਿਗੁਰ ਦੀ ਗੱਲ ਸੁਣ ਕੇ ਇੰਸਪਾਇਰ ਹੋ ਜਾਏ ਨਾ, ਪਰਾ ਕਰੇ ਜੇ ਛੇਕ ਹੀ ਹੁੰਦਾ ਹੈ। ਸਤਿਗੁਰ ਦੀ ਗੱਲ ਸੁਣ ਕੇ ਸਮਰਪਣ ਕਰਨਾ, ਉਹਦੇ ਵਾਸਤੇ ਸੁਣਨਾ ਪੈਂਦਾ ਹੈ। ਸੁਣਨਾ ਪਹਿਲੀ ਕਲਾ ਹੈ। ਮੈਂ ਹੈਰਾਨ ਹੁੰਦਾ, ਦੁਨੀਆ ਦੇ ਅੰਦਰ ਇਤਨੀਆਂ ਪੁਸਤਕਾਂ ਵਿਕਦੀਆਂ, ਤਾਂ ਜਿੱਥੇ ਵੀ ਅਸੀਂ ਸਟਾਲ ਲਗਾਉਂਦੇ ਹਾਂ ਤਾਂ ਸਾਨੂੰ ਲੋਕੀ ਆ ਕੇ ਕਹਿੰਦੇ ਨੇ, ਉਹ ਜੀ ਅੱਜ ਕੱਲ੍ਹ ਸਿੱਖਾਂ ਵਿੱਚ ਪੜ੍ਹਨ ਦੀ ਲਾਲਸਾ ਨਹੀਂ ਰਹੀ, ਪੜ੍ਹਨ ਦੀ ਜ਼ੀਲ ਨਹੀਂ ਰਹੀ। ਜਦੋਂ ਇਹ ਕਹਿੰਦੇ ਨੇ ਮਨ ਨੂੰ ਦੁੱਖ ਪਹੁੰਚਦਾ ਹੈ। ਪਰ ਮੈਂ ਸੋਚ ਰਿਹਾ ਸੀ ਪੜ੍ਹਨਾ ਤੇ ਦੂਰ ਰਿਹਾ, ਹੁਣ ਸੁਣਨ ਦੀ ਆਦਤ ਵੀ ਸਾਡੀ ਚਲੀ ਗਈ। ਸੁਣਨਾ ਮੀਅਰਲੀ ਮਿਊਜ਼ਿਕ ਨੂੰ, ਕੰਨ ਰਸ ਨੂੰ ਸੁਣਨਾ ਨਹੀਂ ਕਹਿੰਦੇ ਨੇ। ਸੁਣਨਾ ਕਹਿੰਦੇ ਨੇ ਸੁਣੀ ਹਿਰਦੇ 'ਚ ਜਾ ਕੇ ਵਸੀ। ਇਸ ਕੈਮਿਸਟਰੀ ਨੂੰ ਗੁਰੂ ਪਾਤਸ਼ਾਹ ਜਸਟੀਫਾਈ ਕਰਦੇ ਨੇ। ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, शरीर लाए सुनो सतबाणी। शरीर डज नॉट मीन दिस फिजिकल बॉडी, शरीर मीन्स मन करके फुल्ली प्रेजेंट हो के शरीर लाए सुनो सतबाणी। जित सुनी मन तन हरिया हुआ, रसना रस माणी। वाह भी वाह, सुनी कानों से थी, रसना में रस कैसे आ जाता है? सिर्फ रसना में ही रस नहीं आ जाता, सारी बॉडी की काया कलप हो जाती है। क्योंकि बॉडी का मेन पार्ट है मन। सुन लेंदा है तो सारिਆਂ ਨੂੰ ट्रांसमिट कर दिंदा है। ਜਦੋਂ मन सच रूपी अमृत रूपी दुੱਧ ਨੂੰ ਇੱਕ ਇੱਕ ਅੰਗ ਨੂੰ ट्रांसमिट करता है, इस अवस्था ਨੂੰ ਗੁਰਬਾਣੀ ਵਿੱਚ ਭਗਤ ਕਹਿੰਦੇ ਨੇ। ਭਗਤ डज नॉट मीन एनी पर्सन, भगत अवस्था है। जिस तरह हार्ट सारे अंगां नूं ब्लड सप्लाई करता है, इस तरह मन निज घर चों सतगुर की गल सुन के एक एक अंग नूं सप्लाई करता है। तो इस अवस्था नूं भगत कहंदे ने। और ये अवस्था बनती है अमली तौर ते गुणा अनुसार जीना। गुणा दियां गल्लां ना करना, गुणा नूं अपने जीवन विच जीना। ਉਹ ਸੁਣਦਾ ਹੈ। ਸਾਡੀ ਸਭ ਦੀ ਕੀ ਆਦਤ, ਭਾਵੇਂ ਉਹ ਇਸਤਰੀਆਂ 'ਤੇ ਟੁਕਾਈਏ ਭਾਵੇਂ ਬੰਦਿਆਂ 'ਤੇ ਟੁਕਾਈਏ, ਪਰ ਉਹ ਵਿਅੰਗ ਇਸਤਰੀਆਂ 'ਤੇ ਬਣਿਆ ਹੋਇਆ। ਮੈਨੂੰ ਖਿਮਾ ਕਰਨਾ, ਪਰਟੀਕੂਲਰਲੀ ਅਗੇਂਸਟ ਇਸਤਰੀਆਂ ਨਹੀਂ। ਪਤੀ ਪੁੱਛਦਾ, ਪਤੀ ਨੂੰ ਪਤਨੀ ਕਹਿੰਦੀ ਹੈ, ਰੋਜ਼ ਤੁਹਾਨੂੰ ਸਮਝਾਇਆ ਕਿ ਬੂਟ ਥਾਂ ਸਿਰ ਉਤਾਰਿਆ ਕਰੋ, ਰੋਜ਼ ਤੁਹਾਨੂੰ ਸਮਝਾਇਆ ਜਦੋਂ ਮੰਜੇ ਤੋਂ ਉੱਠੋ ਆਪਣੀ ਰਜਾਈ ਠੱਪ ਦਿਆ ਕਰੋ, ਚਾਦਰ ਠੀਕ ਕਰ ਦਿਆ ਕਰੋ, ਰੋਜ਼ ਤੁਹਾਨੂੰ ਸਮਝਾਇਆ ਕੱਪੜੇ ਥਾਂ ਸਿਰ ਲਾਇਆ ਕਰੋ, ਰੋਜ਼ ਤੁਹਾਨੂੰ ਸਮਝਾਇਆ ਕਿ ਤੁਸੀਂ ਜਿਹੜੇ ਕੱਪੜੇ ਅਗਲੇ ਦਿਨ ਮੰਗਦੇ ਹੋ ਦੱਸ ਜਾਇਆ ਕਰੋ ਕਿਹੜੇ ਧੋਣੇ ਨੇ ਤਾਂ ਕਿਹੜੇ ਪ੍ਰੈਸ ਕਰਨੇ ਨੇ। ਤੁਸੀਂ ਪਤਾ ਨਹੀਂ ਕੀ ਗੱਲ ਹੈ, ਕਿਹੜੀ ਮਿੱਟੀ ਦੇ ਬਣੇ ਹੋ, ਇੱਕ ਕੰਨ ਤੋਂ ਸੁਣਦੇ ਹੋ ਦੂਜੇ ਕੰਨ ਤੋਂ ਕੱਢ ਦਿੰਦੇ ਹੋ। ਪਤਨੀ ਪਤੀ ਨੂੰ ਕਹਿ ਰਹੀ ਸੀ। ਪਤੀ ਕਹਿੰਦਾ ਮੈਂ ਤਾਂ ਇੱਕ ਕੰਨ ਤੋਂ ਸੁਣਦਾ ਹਾਂ ਦੂਜੇ ਕੰਨ ਤੋਂ ਕੱਢ ਦਿੰਦਾ ਹਾਂ, ਪਰ ਤੂੰ ਕੀ ਕਰਦੀ ਹੈ, ਦੋਨੋਂ ਕੰਨਾਂ ਤੋਂ ਸੁਣਦੀ ਹੈ, ਸਭ ਕੁਝ ਮੂੰਹ ਤੋਂ ਕੱਢ ਦਿੰਦੀ ਹੈ। ਦੈਟ ਮੀਨਸ ਅਸੀਂ ਉਸੀ ਪਤਨੀ ਵਾਂਗੂ ਹਾਂ, ਅਸੀਂ ਸਿਰਫ ਸੁਣਦੇ ਹਾਂ ਦੂਜਿਆਂ ਨੂੰ ਸੁਣਾਉਣ ਵਾਸਤੇ। ਦਿਸ ਇਜ਼ ਕਾਲਡ ਹੀਅਰਿੰਗ। ਮੇਰੀ ਲਿਸਨਿੰਗ ਨਹੀਂ ਹੈ।
ਮੱਤ ਵਿੱਚ ਰਤਨ ਜਵਾਹਰ ਮਾਣਿਕ ਦੀ ਸ਼ਰਤ ਕੀ ਹੈ? ਰਤਨ ਜਵਾਹਰ ਮਾਣਿਕ ਵਰਗੀ ਵੈਲਿਊਏਬਲ ਸਟੋਨਸ ਔਰ ਜੈਮਸ ਵਾਲੀ ਕੀਮਤੀ ਮੱਤ, ਸੁਜਾਨ ਮੱਤ, ਡਿਵਾਈਨ ਕਾਮਨ ਇੰਟੈਲੈਕਟ ਜਿਸ ਨੂੰ ਵਿਵੇਕ ਬੁੱਧੀ ਕਹਿੰਦੇ ਨੇ, ਉਹ ਤਾਂ ਪ੍ਰਾਪਤ ਹੁੰਦੀ ਹੈ ਜੇ ਇੱਕ ਵਾਰੀ ਸਰੀਰ ਲਾਏ ਸੁਣੋ ਸਤ ਬਾਣੀ। ਜਦੋਂ ਉਹ ਸੁਣਦਾ ਹੈ, ਸੁਣਨ ਤੋਂ ਬਾਅਦ ਉਹ ਸਾਰੀਆਂ ਸੁਣਿਆਂ ਦੀਆਂ, ਮੰਨਿਆਂ ਦੀਆਂ ਅਤੇ ਅਸੰਖ ਜਪ ਦੀਆਂ ਪੌੜੀਆਂ ਤੋਂ ਲੰਘਦਾ ਹੋਇਆ ਅਮੁੱਲ ਗੁਣਾਂ ਦਾ ਵਪਾਰ ਕਰਦਾ ਹੈ। ਉੱਥੇ ਉਹਨਾਂ ਗੁਣਾਂ ਨੂੰ ਜਾ ਕੇ ਸੰਭਾਲਦਾ ਹੈ, ਉਸ ਖਜ਼ਾਨੇ ਦਾ ਮੈਂਬਰ ਬਣ ਜਾਂਦਾ ਹੈ, ਉਸ ਦਾ ਵੇਸ ਹਮੇਸ਼ਾ ਧਾਰ ਕੇ ਰੱਖਦਾ ਹੈ। ਉਸ ਨੂੰ ਇੱਕ ਗੱਲ ਪੱਕੀ ਸਮਝ ਆ ਜਾਂਦੀ ਹੈ ਕਿ ਮੈਂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ ਅਤੇ ਮੈਂ ਕਿਸੇ ਜ਼ੋਰ ਜ਼ਬਰ ਦੇ ਨਾਲ ਰੱਬ ਜੀ ਦੇ ਸਾਹਮਣੇ ਸੱਚਾ ਨਹੀਂ ਹੋ ਸਕਦਾ। ਜ਼ੋਰ ਜ਼ਬਰ ਹੁੰਦਾ ਹੈ ਦੁਨਿਆਵੀ ਤੌਰ 'ਤੇ ਆਪਣੀ ਜ਼ਾਤ ਪਾਤ ਦਾ ਹੰਕਾਰ, ਜ਼ੋਰ ਜ਼ਬਰ ਹੁੰਦਾ ਹੈ ਦੁਨਿਆਵੀ ਤੌਰ 'ਤੇ ਆਪਣੇ ਪੈਸੇ ਦਾ ਮਾਣ, ਦਿਖਾਵਾ। ਪਰ ਧਾਰਮਿਕ ਦੁਨੀਆ ਵਿੱਚ ਜ਼ੋਰ ਜ਼ਬਰ ਕੀ ਹੁੰਦਾ ਹੈ? ਤੀਰਥ ਵਰਤ ਅਰਦਾਨ ਕਰ, मन में तरह गुमान। तो ये सब काम करता है और ये सारे कामों का ठेका ले लिया तूने रब जी को, सर्टिफिकेट खरीद लिया कि अब मैं किसी को वर दूंगा, किसी को शराब दूंगा, किसी को पुत्र दूंगा और मेरे कहने से ऐसे हो जाता। हमसे डर के रहा करो, बच के रहा करो। और इस चक्कर विच तू रब जी नूं, रब जी दा शरीक बन जांदा। जिन गुर गोपिया अपना ते नर बुरियारी बन जाना। तू तैनू पता नहीं की भुलेखा पै जाता कि यह सब कुछ करके मैं जोर जबर दे नाल रब जी की नज़र विच पास हो जाऊँगा। गुरु पातशाह कहते ने नहीं, कंचन स्यों पाए नहीं तो मन दे राम लिया है कंचन स्यों पाइए नहीं तो मन दे राम लिया है मोल। दुनियावी किसी भी पैसे जायदाद दे नाल नहीं प्राप्त होंदा। ਈਵਨ ਤੇਰੇ ਧਾਰਮਿਕ ਕੀਤੇ ਕਰਮਾਂ ਕਾਂਡਾਂ ਦੇ ਪਾਖੰਡ ਨਾਲ ਵੀ ਨਹੀਂ ਹੁੰਦਾ। ਇਸ ਕਰਕੇ ਉਸ ਨੂੰ ਇਹ ਪੌੜੀ ਸਮਝ ਵਿੱਚ ਆਈ ਕਿ ਜ਼ੋਰ ਜ਼ਬਰ ਦੇ ਨਾਲ, ਹੱਠ ਜੋਗ ਦੇ ਨਾਲ, ਦੁਨਿਆਵੀ ਕਿਸੇ ਕਰਮ ਕਾਂਡ ਚਤਰਾਈਆਂ ਪਾਖੰਡ ਦੇ ਨਾਲ ਰੱਬ ਜੀ ਦੇ ਦਰ 'ਤੇ ਸਚਿਆਰਾ ਨਹੀਂ ਹੋਇਆ ਜਾ ਸਕਦਾ। ਨੀਚ ਰਹਿ ਜਾਏਗਾ, ਉੱਤਮ ਨਹੀਂ ਬਣ ਸਕੇਗਾ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਉਸ ਨੂੰ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਹੁਣ ਬਹੁਤਾ ਆਖਣਾ ਨਹੀਂ ਹੈ, ਬਹੁਤਾ ਬੋਲਣਾ ਨਹੀਂ ਹੈ। ਟੂ ਮਚ ਅਪੀਲ ਇਜ਼ ਆਲਸੋ ਇਨਵੈਲਿਡ। ਕ੍ਰਿਕਟ ਵਿੱਚ ਦੇਖਦੇ ਹਾਂ ਨਾ, ਜੋ ਟੂ ਮਚ ਅਪੀਲ ਕੀਤੀ ਜਾਏ ਤਾਂ ਐम्पायर ਵਾਰਨ ਕਰਦਾ ਹੈ। ਚੁੱਪੇ ਨਾ ਜ਼ੋਰ जब लग दुनिया रही है नानक किच सुनिया किच कही है। जोर ना मंगण देना जोर, जबरदस्ती मैं नहीं मंग सकता। गिणतियाँ मिणतियाँ दे पाठा दी पिछली लड़ी सी कूड़ी कूड़े ठीस वाली, ਇਹਦੇ ਵਿੱਚ ਉਸ ਨੂੰ ਸਮਝ ਆਉਂਦੀ ਹੈ ਕੋਈ ਜ਼ੋਰ ਨਾਲ ਨਹੀਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਉਹ ਆਪਣੇ ਕਿਸੇ ਕਰਮ ਕਾਂਡ ਪਾਖੰਡ ਦੇ ਨਾਲ ਸੋਚੇ ਕਿ ਮੈਂ ਫਲਾਣਾ ਵਾਲਾ ਕਰਾਂਗਾ ਤਾਂ ਉਮਰ ਲੰਬੀ ਹੋ ਜਾਏਗੀ। ਇਸ ਤਰ੍ਹਾਂ ਜੀਵਨ ਮਰਨ, ਰਾਜ ਮਾਲ ਮਨ ਸ਼ੋਰ, ਇਹ ਸਾਰੇ ਮਨ ਦੇ ਸ਼ੋਰ ਉਸ ਨੂੰ ਸਮਝ ਆਉਂਦੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਉਹ ਛੱਡਦਾ ਜਾਂਦਾ ਜੋ ਜੋ ਉਹਨੂੰ ਅਵਗੁਣ ਸਮਝ ਆਉਂਦਾ ਹੈ। ਸੁਰਤੀਆਂ, ਗਿਆਨ, ਇਸ ਤਰੀਕੇ ਦੀਆਂ ਵਿਚਾਰਾਂ ਜਿਨ੍ਹਾਂ ਵਿੱਚ ਇੱਕ ਦੂਜੇ ਨਾਲ ਬਹਿਸ ਕੀਤੀ ਜਾਏ, ਇੱਕ ਦੂਜੇ ਨੂੰ ਨੀਵਾਂ ਪਾਇਆ ਜਾਏ, ਐਸੀਆਂ ਵਿਚਾਰਾਂ ਉਹ ਨਹੀਂ ਕਰਦਾ। ਜ਼ੋਰ ਨਾਲ ਜੁਗਤੀ ਛੁੱਟਿਆ ਸੰਸਾਰ, ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ, ਬਲਕਿ ਨਮਰਤਾ ਵਿੱਚ ਇਹਦੇ ਵਿੱਚ ਰਹਿੰਦਾ ਹੈ। ਜਿਸ ਹੱਥ ਜ਼ੋਰ ਕਰ ਵੇਖਾ ਸੋਏ ਨਾਨਕ, ਉੱਤਮ ਨੀਚ ਨਾ ਕੋਈ। ਜ਼ੋਰ ਜ਼ਬਰਦਸਤੀ ਦੇ ਨਾਲ ਕੋਈ ਵੀ ਨੀਚ ਉੱਤਮ ਨਹੀਂ ਬਣ ਸਕਦਾ। ਹੁਕਮੀ ਦੀ ਪਹਿਲੀ ਪੌੜੀ ਚੱਲ ਰਹੀ ਸੀ, ਉਸ ਵਿੱਚ ਕਹਿ ਰਹੇ ਸੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ, ਹੁਕਮੀ ਹੋਵਨ ਜੀ ਹੁਕਮ ਮਿਲਿਓ ਡਿਆਈ। ਉਹ ਅੱਗੇ ਚੱਲ ਕਹਿੰਦੇ ਨੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ,
ਇਹਦਾ ਮਤਲਬ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਦੇ ਹਾਂ ਤਾਂ ਅਸੀਂ ਨੀਚ ਤੋਂ ਉੱਤਮ ਬਣ ਸਕਦੇ ਹਾਂ। ਜੇ ਮੈਂ ਮਨ ਦੀ ਮੱਤ ਦੇ ਨਾਲ ਚੱਲਾਂ ਤਾਂ ਮੈਂ ਨਹੀਂ ਬਣ ਸਕਦਾ। ਇੱਥੇ ਉਹਨੂੰ ਗੱਲ ਇੱਕ ਬਿਲਕੁਲ ਦ੍ਰਿੜ ਹੋਈ ਔਰ ਉਸਨੂੰ ਸਮਝ ਆਈ, ਮੈਂ ਕਿਸੇ ਚਤਰਾਈਆਂ ਸਿਆਣਪਾਂ ਦੇ ਜ਼ੋਰ ਦੇ ਨਾਲ ਔਰ ਤੀਰਥ ਬਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਦੇ ਜ਼ੋਰ ਦੇ ਨਾਲ मैंने इतने पाठ किए, मैंने इतना कुछ मैं जानता हूँ, मेरे को इतना कुछ याद है। ਕਈਆਂ ਨੂੰ ਭੁਲੇਖਾ ਹੋ ਜਾਂਦਾ ਮੈਂ ਆਵਾਜ਼ਾਂ ਸੋਹਣਾ ਵਜਾਉਂਦਾ ਹਾਂ, ਕਈਆਂ ਨੂੰ ਭੁਲੇਖਾ ਹੁੰਦਾ ਮੈਂ ਗਾਉਂਦਾ ਬੜਾ ਸੁੰਦਰ ਹਾਂ, ਕਈਆਂ ਨੂੰ ਭੁਲੇਖਾ ਹੁੰਦਾ ਮੈਂ 4 ਬੰਦਿਆਂ ਸਾਹਮਣੇ ਫਲਾਣੇ ਨੂੰ ਚੁੱਪ ਕਰਾ ਸਕਦਾ, ਮੈਨੂੰ ਬੋਲਣ ਦੀ ਬੜੀ ਜਾਚ ਹੈ। ਕਈਆਂ ਨੂੰ ਭੁਲੇਖਾ ਹੁੰਦਾ ਮੈਂ ਉੱਚਾ ਜ਼ਿਆਦਾ ਬੋਲ ਸਕਦਾ ਹਾਂ, ਕਈਆਂ ਨੂੰ ਭੁਲੇਖਾ ਹੁੰਦਾ ਤੁਸੀਂ 2 ਗਾਲਾਂ ਕੱਢੋ ਮੈਨੂੰ 4 ਕੱਢਣੀਆਂ ਆਉਂਦੀਆਂ। ਇਹ ਸਾਰੇ ਜਿਤਨੇ ਵੀ ਜ਼ੋਰ ਨੇ ਇਹ ਸਾਰੇ ਉਹ ਛੱਡ ਦਿੰਦਾ ਹੈ। ਇੱਥੇ ਕਿਸੇ ਵੀ ਮਾਲਕੀ ਵਿੱਚ ਸੁੱਖ ਨਹੀਂ, ਇੱਥੇ ਕਿਸੇ ਨੂੰ ਵੀ ਦਬਾਅ ਨਹੀਂ, ਸੁੱਖ ਨਹੀਂ। ਲੱਗਦਾ ਹੈ ਜਦੋਂ ਮੈਂ ਦੂਜੇ ਨੂੰ ਹਰਾਉਂਦਾ ਉਹਦੇ ਵਿੱਚ ਮੇਰੀ ਹਾਰ ਹੈ, ਕਿਉਂਕਿ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਭੈ ਘਟ ਰਾਮ ਬੋਲੇ। ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਘੱਟ ਘੱਟ ਮੈਂ ਹਰਜੂ ਬਸੈ, ਮੈਂ ਦੂਜੇ ਨੂੰ ਹਰਾ ਰਿਹਾ। ਹਾਰ ਮੇਰੀ ਜਿੱਤ ਹੈ ਤੇ ਜਿੱਤ ਮੇਰੀ ਹਾਰ ਹੈ, ਕਿਉਂਕਿ ਇਹਨਾਂ ਦੋਵਾਂ ਦੇ ਵਿੱਚ ਫੈਸਲਾ ਮੇਰੇ ਵਿਚਕਾਰ ਹੈ। ਮੈਂ ਕੀ ਜਿੱਤਦਾ ਰਹਿੰਦਾ ਤੇ ਮੈਂ ਕੀ ਦੂਜਿਆਂ ਨੂੰ ਹਰਾਉਂਦਾ ਰਹਿੰਦਾ। ਸਾਡੀਆਂ ਇਹ ਆਦਤਾਂ ਨੀਵਾਂ ਪਾ ਕੇ ਇਸ ਤਰੀਕੇ ਨਾਲ ਨੀਚ ਵਾਲੇ ਮਨੁੱਖ ਖਿਆਲਾਂ ਵਾਲਾ ਉੱਤਮ ਨਹੀਂ ਹੋ ਸਕਦਾ, ਉਹ ਇਸ ਨੂੰ ਛੱਡ ਦਿੰਦਾ ਹੈ। ਉਸ ਦੀ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੀ ਹੈ। ਸ੍ਰਿਸ਼ਟੀ ਹੁੰਦਾ ਸੋਚਣਾ, ਔਰ ਇਸ ਸ੍ਰਿਸ਼ਟੀ ਦੇ ਵਿੱਚ ਉਹ ਅੱਗੇ ਚੱਲਦਾ ਹੈ। ਜਦੋਂ ਸਾਡੀ ਨਵੀਂ ਸ੍ਰਿਸ਼ਟੀ ਬਣਦੀ ਹੈ ਤਾਂ ਮੈਂ ਹੈਰਾਨ ਰਹਿ ਗਿਆ। ਗੁਰਬਾਣੀ ਅੰਦਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ। ਅੱਛਾ, ਪਾਪ ਪੁੰਨ ਅਸੀਂ ਬਾਹਰਲੇ ਕੋਈ ਕਰਮਾਂ ਕਾਂਡਾਂ ਨੂੰ ਕਹਿੰਦੇ ਸੀ। ਮੇਰੇ ਥਾਟ ਪ੍ਰੋਸੈਸ ਦੇ ਅੰਦਰ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, दो ही मिलके सृष्टि पाई। माय गॉड, मैं सोचता था ये बाहर की कोई सृष्टि पैदा की हुई है भगवान जी ने, मेरी भी कोई सृष्टि पैदा की हुई है। काया अंदर पाप पुण्य दोए पाई, 2 ही मिलके सृष्टि पाई। और गुरु पातशाह कहते हैं काया अंदर सब कुछ वसै खंड मंडल पाताला। ਇਹਦਾ ਮਤਲਬ ਜਿਹੜੇ ਰੱਬ ਜੀ ਦੇ ਬਾਹਰ ਖੰਡ ਮੰਡਲ ਪਤਾਲਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਇਹ ਹਰ ਮਨੁੱਖ ਦੇ ਅੰਦਰ ਵੀ ਹਨ। ਅਵਸਥਾਵਾਂ, ਇਹਨਾਂ ਅਵਸਥਾਵਾਂ ਦੇ ਨਾਲ ਜਿਹੜੀ ਸ੍ਰਿਸ਼ਟੀ ਬਣਦੀ ਹੈ, ਜੇ ਸ੍ਰਿਸ਼ਟੀ ਚੰਗੀ ਬਣ ਜਾਏ, ਉਹ ਉਸਨੇ ਸੁਣਿਆ ਸੀ ਕਿ ਜੇ ਮੈਂ ਤੁਹਾਡੇ ਤੀਰਥ 'ਤੇ ਨਹਾਉਂਦਾ ਹਾਂ ਤਾਂ ਕੀ ਹੁੰਦਾ ਹੈ। ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਕਿ ਨਾਏ ਕਰੀ। ਜੇ ਮੈਨੂੰ ਤੁਹਾਡਾ ਤੀਰਥ ਚੰਗਾ ਹੀ ਨਾ ਲੱਗਦਾ ਮੈਂ ਕੀ ਨਹਾਉਣਾ ਸੀ। ਪਰ ਨਹਾਉਣ ਦੇ ਨਾਲ ਕੀ ਹੁੰਦਾ ਹੈ, ਵਿਣ ਪਾਣੇ ਕਿ ਨਾਏ ਕਰੀ। ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਜੇਤੀ ਸਿੱਠ ਉਪਾਈ ਵੇਖਾਂ। ਮੇਰੇ ਜਿਹੜੇ ਨਵੀਂ ਸ੍ਰਿਸ਼ਟੀ ਬਣੀ ਨਾ, ਵਿਣ ਕਰਮਾ ਕੇ ਮਿਲੇ ਲਈ, ਮੇਰੇ ਚੰਗੇ ਗੁਣਾਂ ਦਾ ਜਿਹੜਾ ਤੁਸੀਂ ਮੈਨੂੰ ਥਾਟ ਪ੍ਰੋਸੈਸ ਦੇ ਕੇ ਮੇਰੀ ਸ੍ਰਿਸ਼ਟੀ ਸਾਜੀ ਨਾ, ਇਹ ਤੁਹਾਡੇ ਫਲਸਫੇ ਬਿਨਾ, ਤੁਹਾਡੀ ਸੁਮਤ ਬਿਨਾ ਨਹੀਂ ਸੀ ਬਣਨੀ। ਜੇਤੀ ਸਿੱਠ ਉਪਾਈ ਵੇਖਾਂ, ਬਾਹਰਲੀ ਸ੍ਰਿਸ਼ਟੀ ਦੀ ਗੱਲ ਨਹੀਂ ਚੱਲ ਰਹੀ। ਆਈ ਐਮ ਟਾਕਿੰਗ ਸਬਜੈਕਟ ਟੂ ਗੁਰਬਾਣੀ। ਜੇਤੀ ਸਿੱਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲਿਆ ਲਈ। ਪਰ ਤੁਸੀਂ ਮੇਰੀ ਸ੍ਰਿਸ਼ਟੀ ਜਿਹੜੀ ਨਵੀਂ ਪੈਦਾ ਕੀਤੀ, ਇਹਦੇ ਵਿੱਚ ਮੱਧ ਵਿੱਚ ਰਤਨ ਜਵਾਹਰ ਮਾਣਿਕ ਮੈਨੂੰ ਦਿੱਤੇ। ਇਹ ਸਾਰੀ ਉਸ ਸੁਣਦਾ ਸੀ। ਇੱਥੇ ਪਹੁੰਚ ਕੇ ਉਹਦੀ ਹੁਣ ਅੰਦਰ ਦੀ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ। 34ਵੀਂ ਪੌੜੀ ਅੰਦਰ ਰਾਤੀ ਰੁੱਤੀ ਥਿੱਤੀ ਵਾਰ, ਇਸ ਦਾ ਪਾਠ ਕਰਾਂਗੇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ जुगत के रंग। तिन तिनके नाम बने
करमी करमी होए विचार, सच्चा आप सच्चा दरबार, तिथै सोहन पंच परवान, नदरी करम पवै निशान, कच पकाई ओथै पाए, नानक गया जापै जाए। ਅਸੀਂ ਅੱਜ ਆਪਣੀ ਇਸ 34 ਨੰਬਰ ਪੌੜੀ ਅੰਦਰ ਐਂਟਰ ਕੀਤੇ ਹਾਂ। ਅਸੀਂ ਇਹਦਾ ਉਚਾਰਨ ਕਰਾਂਗੇ ਰਾਤੀ ਰੁੱਤੀ ਥਿੱਤੀ ਵਾਰ। ਰਾਤਾਂ ਪਲੂਰਲ, ਸਾਰਿਆਂ ਨੂੰ ਪਲੂਰਲ ਬਣਾ ਕੇ ਬਿੰਦੀ ਲਗਾ ਕੇ ਉਹਦਾ ਉਚਾਰਨ ਕਰਾਂਗੇ। ਇਹ ਸਾਰੇ ਪਲੂਰਲ ਨੇ। ਵਿਰਲੇ ਮਨ, ਵਿਰਲਾ ਬਣਨ ਵਾਲੇ ਮਨ ਨੂੰ ਸਤਿਗੁਰ ਰਾਹੀਂ ਕੂੜ ਉਤਾਰ ਕੇ ਵਿਵੇਦ ਬੁੱਧ ਪ੍ਰਾਪਤ ਹੁੰਦੀ ਹੈ, ਜਿਸ ਨਾਲ ਸੱਚ ਦੇ ਆਧਾਰ 'ਤੇ ਉਸ ਦੀ ਨਵੀਂ ਸ੍ਰਿਸ਼ਟੀ ਧਰਤੀ ਸਾਜੀ ਜਾਂਦੀ ਹੈ। ਵਿਰਲਾ ਮਨ ਵਿਸਮਾਦਤ ਅਤੇ ਨਿਮਰਤਾ ਦੀ ਅਵਸਥਾ 'ਚ ਬਿਆਨ ਕਰਦਾ ਹੈ, ਉਸ ਨੂੰ ਰੱਬੀ ਰਜ਼ਾ ਅੱਗੇ ਸਮਰਪਣ ਕਰਕੇ ਜੋ ਆਤਮਕ ਧਰਤੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਇਹ ਸਾਡਾ ਮਨ ਜਦੋਂ ਇਸ ਦੀ ਧਰਤੀ ਠੀਕ ਨਹੀਂ ਹੈ, ਇਹਦੇ 'ਤੇ ਖਰ ਪਤਵਾਰ ਉੱਗਦੇ ਨੇ, ਇਹਦੇ ਵਿੱਚ ਕੰਡੇ ਉੱਗਦੇ ਨੇ, ਇਹਦੇ ਵਿੱਚ ਫਲ ਨਹੀਂ ਉੱਗਦੇ ਨੇ। ਇਹ ਬਣਦਾ ਕਿਹੜਾ ਹੈ? ਸਿਮਲ ਰੁੱਖ ਵਰਗਾ। ਇਹਦੇ ਫੁੱਲ ਕਿਹੜੇ ਲੱਗਦੇ ਨੇ? ਕਸੁੰਬੇ ਦੇ ਫੁੱਲ ਲੱਗਦੇ ਨੇ, ਮਜੀਠੇ ਕੇ ਫੁੱਲ ਨਹੀਂ ਲੱਗਦੇ ਨੇ। ਇਹਦੇ ਵਿੱਚ ਜਿਹੜੇ ਵੀ ਗੱਲਾਂ ਹੁੰਦੀਆਂ ਨੇ ਟੈਂਪਰੇਰੀ ਹੁੰਦੀਆਂ ਨੇ, ਉਹ ਦੇਖਣ ਵਿੱਚ ਬੜਾ ਉੱਚਾ ਅਤੇ ਵੱਡਾ ਲੱਗਦਾ ਹੈ। ਇਹਦੇ ਉੱਤੇ ਸਿਮਲ ਰੁੱਖ ਉੱਗਦਾ ਹੈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕੀਤ, ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇਂ ਪੱਤ, ਪੱਤੇ ਵੀ ਕੰਮ ਨਹੀਂ ਆਉਂਦੇ। ਔਰ ਇਹ ਸਾਰਾ ਗੁਰੂ ਪਾਤਸ਼ਾਹ ਨੇ ਜਿਹੜਾ ਪ੍ਰਕਰਣ ਟੁਕਾਇਆ ਹੋਇਆ ਹੈ, ਸਿਰਫ ਸਵੇਰੇ ਆਸਾ ਕੀ ਵਾਰ ਨਿਰੋਲ 24 ਛੱਕੇ ਗਾਉਣ ਵਾਸਤੇ ਨਹੀਂ ਟੁਕਾਇਆ ਹੈ। ਗਾਉਣਾ ਤੇ ਚਾਹੀਦਾ ਹੀ ਹੈ, ਨਿਤਨੇਮ ਤੇ ਕਰਨਾ ਹੀ ਚਾਹੀਦਾ ਹੈ। ਨਿਤਨੇਮ ਅਸੀਂ ਰੋਜ਼ ਦ੍ਰਿੜ ਕਰਨ ਵਾਸਤੇ ਕਰਦੇ ਹਾਂ, ਆਸਾ ਕੀ ਵਾਰ ਅਸੀਂ ਰੋਜ਼ ਦ੍ਰਿੜ ਕਰਨ ਵਾਸਤੇ ਕਰਦੇ ਹਾਂ। ਪਰ ਟੌਪਿਕ ਵਿੱਚ ਸਮਝਾਇਆ ਕੀ ਹੈ? ਬਹੁਤ ਵਿਸਮਾਦਤ ਗੱਲਾਂ ਨੇ ਗੁਰੂ ਪਾਤਸ਼ਾਹ ਜੀ ਦੀਆਂ। ਟੌਪਿਕ ਵਿੱਚ ਜੋ ਸਮਝਾਇਆ ਉਹ ਪੌੜੀ ਦੇ ਅੰਦਰ ਹੁੰਦਾ ਹੈ। ਔਰ ਪੌੜੀ ਕੀ ਕਹਿੰਦੀ ਹੈ? ਜੇ ਤੂੰ ਇਸ ਤਰ੍ਹਾਂ ਬਾਹਰੋਂ ਭੈੜੀ ਧਰਤੀ ਬਣਾ ਕੇ ਉਹਦੇ 'ਤੇ ਫਲ ਫਿੱਕੇ ਫੁੱਲ ਬੱਕ ਬੱਕੇ, ਤੇਰੇ ਪੱਤੇ ਵੀ ਕੰਮ ਨਾ ਆਉਣ, ਤੇਰੇ ਨੇੜੇ ਜਾਈਏ ਤਾਂ ਤੇਰਾ ਰੁੱਖਾ ਜੀਵਨ ਨਜ਼ਰ ਆਏ, ਤੂੰ ਬਦਸਲੂਕੀ ਕਰੇ, ਤੂੰ ਭੈੜੇ ਬੋਲ ਬੋਲੇ, ਤੂੰ ਮਿਸਬਿਹੇਵ ਕਰੇ, ਤੂੰ ਨਿਮਰਤਾ ਵਿੱਚ ਨਾ ਆਏ ਔਰ ਆਕੜ ਵਿਖਾਏ, ਅੱਖਾਂ ਨਾਲ ਲੈਟ ਡਾਊਨ ਕਰਨਾ ਦਿਖਾਏ, ਇਹ ਸਾਰੀ ਤੇਰੀ ਧਰਤੀ ਹੈ ਨਾ, ਇਹਦੇ ਨਾਲ ਤੇਰਾ ਜੀਵਨ ਸੁਹਾਵਨਾ ਨਹੀਂ ਹੋਏਗਾ। ਯੂ ਵੋਂਟ ਬੀ ਐਟ ਪੀਸ। ਨਾਨਕ ਭਗਤਾਂ ਸਦਾ ਵਿਗਾਸ ਤੈਨੂੰ ਪ੍ਰਾਪਤ ਨਹੀਂ ਹੋਏਗਾ। ਇਹ ਕੂੜ ਹੈ, ਇਹ ਸਾਰੇ ਖਿਆਲ ਕੂੜ ਨੇ। ਇਹਨਾਂ ਨੂੰ ਛੱਡ ਛੱਡ ਦੁਨੀਆ, ਛੱਡ ਦੁਨੀਆ, ਛੱਡ ਦੁਨੀਆ, ਛੱਡ ਦੁਨੀਆ, ਅੰਦਰ ਜਾਵਣਾ, ਅੰਦਰ ਜਾਵਣਾ। ਕੱਪੜ ਰੂਪ ਸੁਹਾਵਣਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ, ਛੱਡ ਦੁਨੀਆ, ਛੱਡ ਦੁਨੀਆ, ਛੱਡ ਅੰਦਰ ਜਾਵਣਾ।
मैं तो सुनिया सी ਉਹ ਜੀ ਇਹ ਕੱਪੜ ਰੂਪ ਸੁਹਾਵਣਾ ਹੈ, ਸਾਰਾ ਕੁਝ ਦੁਨੀਆ 'ਚ ਛੱਡ ਕੇ ਜਾਣਾ ਪੈਂਦਾ, ਕਿੱਥੇ ਬਾਹਰ ਜਾਣਾ ਪੈਂਦਾ। ਸਾਰਾ ਉੱਪਰ ਸ਼ਲੋਕ ਜਿਹੜਾ ਹੁੰਦਾ ਹੈ ਉਹਦੀ ਜਿਹੜੀ ਬਣਤਰ ਹੁੰਦੀ ਹੈ ਉਹ ਦੱਸਦੀ ਹੈ ਇਸ ਟੌਪਿਕ ਦੇ ਅੰਦਰ ਕੀ ਤੈਨੂੰ ਸਿਖਾਇਆ ਜਾ ਰਿਹਾ ਹੈ। ਸਾਰੇ ਸ਼ਲੋਕ ਅੰਦਰ ਪੜਦਾ ਫਾਸ਼ ਕੀਤਾ ਕਿ ਤੂੰ ਇਸ ਤਰ੍ਹਾਂ ਸਿੰਬਲ ਰੁਕ ਸਰਾਇਰਾ ਆਦੀ ਰਗਤ ਮੁਝ ਓਏ ਜੇ ਆਵੇ ਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨੀਵੇਂ ਆਪਕੋ ਪਰ ਕੋ ਨੀਵੇਂ ਨਾ ਕੋਈ ਧਰ ਤਾਰੋ ਜੂ ਤੋਲੀਆ ਨੀਵੇਂ ਸੋ ਗੌਰਾ ਹੋਏ अपराधी दूणा नीवे की मोमो ठगणी करता है। अपराधी दूणा नीवे जो हंता मिर्गाए शीस निवाया क्या थी है जा हृदय कुशुद्ध जाए पढ़ पुस्तक संध्या बादंग सिल पूजस बगल समादंग मुख झूठ विभूखण सारंग त्रिपाल ती हाल विचारंग गल माला तिलक लाटंग दो धोती बस कपाटंग जे जानस ब्रह्मंग कर्मंग सब फोकट निश्चो कर्मंग को नानक ने चोते आवे बिन सतगुर वाट ना पावे पौड़ी ਕੱਪੜ ਰੂਪ ਸੁਹਾਵਣਾ ਤੇਰਾ ਤੂੰ ਇਹ ਪਾਖੰਡ ਜਿਹੜੇ ਹਿਪੋਕ੍ਰੇਸੀ ਕਰਦਾ ਨਾ ਇਹ ਸਾਰਾ ਤੇਰੇ ਕਿਸੇ ਕੰਮ ਨਹੀਂ ਆਏਗਾ, ਇਹਦੇ ਨਾਲ ਤੈਨੂੰ ਵਿਕਾਸ ਪ੍ਰਾਪਤ ਨਹੀਂ ਹੋਏਗਾ। ਤੂੰ ਕੱਪੜ ਰੂਪ ਸੁਹਾਵਣਾ ਚਾਹੁੰਦਾ ਹੈ, ਤੂੰ ਇਹ ਜੀਵਨ ਸੁਖੀ ਚਾਹੁੰਦਾ ਹੈ, ਤੂੰ ਹੈਪੀਨੈਸ ਚਾਹੁੰਦਾ ਹੈ, ਤੂੰ ਨਾਨਕ ਭਗਤਾਂ ਸਦਾ ਵਿਕਾਸ ਖਿੜਿਆ ਮੱਥਾ ਚਾਹੁੰਦਾ ਹੈ। ਯੂ ਵਾਂਟ ਹੈਪੀਨੈਸ ਫੋਰ ਐਵਰ। ਜੇ ਇਹ ਆਨੰਦ ਵਿਕਾਸ ਹਮੇਸ਼ਾ ਚਾਹੁੰਦਾ ਹੈ ਨਾ, ਛੱਡ ਦੁਨੀਆ, अंदर जा बना, अपनी इंट्रोस्पेक्शन कर, अपने अंदर जा ते रियलाइज़ कर कि मैं जियो मैले बारों निर्मल हाँ। रियलाइज़ कर कि मेरा ये अवगुण है, मंदा चंगा अपना आपे ही कीता पाउना। और जिस तरीके नाल तू ये खेड खेडदा है ना, यह हिपोक्रेसी वाली खेड दे नाल ना तेरी धरती ते ना खर पतवार उगदे ने, तेरी धरती ते फल फिक्के फुल बक बके उगदे ने। और हुण तुहाडा होला महला आ रहा, होले महल्ले विच शब्द पढ़े जाणगे मौली धरती मौले आकाश। बाहरली गल नहीं चल रही, बाहरली सृष्टि अंदर ते बसंत चढ़दी है ते ओदे ते फुल पत्ते नवियां कोपलां आंदियां हन, पर तेरे अंदर क्यों नहीं बसंत चढ़दी? इस मन को बसंत की लगे न सोए, इस मन को बसंत की लगे न सोए। ए मन जले दूजे दो मन जले दूजे दोए, इस मन को बसंत की लगे न सोए। 50 साल मेरी उम्र हो गई, मैं 50 सालों तो बसंत चढ़ती देख रहा, पर मेरे अंदर अगन लगी रहती है, मेरे अंदर नवे फुल नहीं खिड़ते ने, मेरे अंदर कोई चेंज नहीं आती। रब बारे सुनिया साहब मेरा नीत नवा, मैं पुराने दा पुराना रहिंदा, बर्थडे मेरा मनाया जाता मैं पुराना रहिंदा हाँ, नवा साल मैं मनांदा हाँ मैं पुराना रहिंदा हाँ। वाई आई एम नॉट चेंज्ड। इस मन को बसंत की लगन ना सोए, क्यों नहीं लगती है बसंत दी सो? ये मन जलिया दूजे दोए, दूसरियां दे चढ़त वेख के तरक्की वेख के सड़दा है, कंपैरिजन करता है, कंपीटीशन की रेस विच रहिंदा है, ब्रांड नेम के कपड़ियां नूं देखदा है लोकां दे की पाए हुए ने तुसी और मैं, तुहाडा मकान कैसा और मेरा कैसा, तुहाडे कोल किहड़ी कार ते मेरे कोल किहड़ी कार। ये इस कंपीटीशन की रेस विच तू रहिंदा है, इसी कारण तू दिखावे करदा है, इसी कारण 40 डिशिज का तू अपने घरां विच दिखावा करदा जदों विआह शादी दे पाखंड करदा है। ये मन जलिया दूजा दोए, तेरे अंदर ते बसंत चढ़दी नहीं है। जदों सतगुर दी मत लैंदे हाँ, होली कीनी संत सेव करदे हाँ, तां की हुंदा है मौली धरती बारली नहीं, अंदर दी मौली धरती मौलिया आकाश, मन तन मौलिया आत्म प्रकाश।
ਦੇਖ ਫੂਲ ਫੂਲ ਫੂਲੇ, ਇਹ ਸਾਰੇ ਜਿਤਨੇ ਸ਼ਬਦ ਨੇ ਇਹ ਬਾਹਰਲੀ ਕਾਇਨਾਤ ਦੇ ਨਹੀਂ ਹਨ। ਹਰ ਕਾ ਨਾਮ ਧਿਆਇਕ ਹੈ ਹੋ ਹਰਿਆ, ਭਾਈ ਧਰਤੀ ਨੂੰ ਕਹਿ ਰਹੇ ਨੇ, ਬਾਹਰਲੀ सृष्टि ਨੂੰ ਕਹਿ ਰਹੇ ਨੇ। ओ बाहरली सृष्टि जी तुम देखो अभी इतनी सर्दी थी और पतझड़ था, अब तुम हरे भरे हो जाओ। बाहरली सृष्टि ਨੂੰ कह रहे हैं। हर का नाम त्याग के मैनू कह रहे ने हो हरिया पाई, करम लिखन ते पाइए रुत सुहाई, तैनू जीवन रूपी रुत मिली है। इन्हां रुत्तां बारे रातां बारे उसनू समझ आनी शुरू हो जाती है। ਉਹ ਬੜੀ ਵਿਸਮਾਦਤ ਅਵਸਥਾ ਵਿੱਚ ਇਹ 34 ਪੌੜੀ ਗੁਰੂ ਸਾਹਿਬ ਦੱਸਦੇ ਨੇ, ਜੋ ਬਾਹਰਲੀ ਸ੍ਰਿਸ਼ਟੀ ਵਿੱਚ ਵਾਪਰਦਾ ਸੀ, ਰਾਤਾਂ ਰੁੱਤਾਂ ਥਿੱਤਾਂ ਪੌਣ ਪਾਣੀ, ਇਸ ਸਾਰੇ ਨੂੰ ਆਪਣੇ ਅੰਦਰ ਦੀ ਸ੍ਰਿਸ਼ਟੀ ਅੰਦਰ ਵਾਪਰਦਾ ਦੇਖਦਾ ਹੈ। ਉਸ ਦੀ ਨਵੀਂ ਸ੍ਰਿਸ਼ਟੀ ਸਜਦੀ ਹੈ, ਕਿਉਂਕਿ ਉਹ ਕੂੜ ਤੋਂ ਸਚਿਆਰ ਬਣਿਆ ਔਰ ਜੋ ਜੋ ਚੰਗੇ ਗੁਣਾਂ ਦਾ ਵਿਸਮਾਦ ਹੁਲਾਰਾ ਉਹ ਦੇਖਦਾ ਰੱਬ ਜੀ ਦੇ ਦੇਸ਼ ਦਾ। ਰਾਤੀ ਰੁੱਤੀ, ਰਾਤਾਂ ਤੇ ਰੁੱਤਾਂ ਬਣਦੀਆਂ ਨੇ ਸੂਰਜ ਦੇ ਨਾਲ, ਤੇ ਥਿੱਤਾਂ ਤੇ ਵਾਰਾਂ ਬਣਦੀਆਂ ਨੇ ਚੰਨ ਦੇ ਨਾਲ, ਔਰ ਸਾਡੇ ਅੰਦਰ ਸੂਰਜ ਤੇ ਚੰਨ ਹਨ। ਮੈਂ ਕਹਿਣ ਦਾ ਕਿਉਂ ਹੀਆ ਕਰ ਰਿਹਾ, ਗੁਰੂ ਪਾਤਸ਼ਾਹ ਬਾਣੀ ਰਾਹੀਂ ਦੱਸਦੇ ਨੇ। ਸੋਹਿਲਾ ਬਾਣੀ 'ਚ ਅਸੀਂ ਪੜ੍ਹਦੇ ਹਾਂ, ਜ਼ਿਆਦਾਤਰ ਆਰਤੀ 'ਚ ਗਾਇਆ ਜਾਂਦਾ ਹੈ, ਗगन में थाल राव चंद दीपक बने, तारका मंडल जनक मोती। ਅਸੀਂ ਹੁਣ तक ਇਹਦਾ सुनिया सी जगन्नाथपुरी में जब गुरु नानक साहब गए तो वहाँ पर पंडित थाल में आरती लेके ऐसे कर रहे थे, दीवे धूप अगरबत्ती उन्होंने रखी हुई थी और वो ऐसे घुमा के कर रहे थे। ये इतिहास सच्चा वापरिया है। गुरु नानक साहब जगन्नाथपुरी गए और वो इंज कर रहे सन। गुरु नानक साहब उन्होंने कहते ये तुसी छोटे जे थाल 'ਚ सब कुछ करके की कर रहे हो, ये रब जी की आरती आपे सृष्टि विच हो रही है। ਅਸੀਂ ਇੱਥੇ ਤੱਕ ਸੁਣਿਆ ਨਾ ਸਾਧ ਸੰਗਤ ਜੀ, ਇਹਦੇ ਜਿਹੜਾ ਇਨਸਾਨ ਅੱਜ ਆਰਤੀ ਨਹੀਂ ਕਰਦਾ ਉਹ ਇਸ ਸ਼ਬਦ ਨੂੰ ਆਪਣੇ ਤੇ ਕਿਵੇਂ ਟੁਕਾਏ। ਤਾਂ ਸਾਡੀ ਪੁਸਤਕ ਆਈ ਜੀਵਨ ਜਾਚ ਦਾ ਖਜ਼ਾਨਾ ਵੋਲੀਅਮ 2 ਅੰਦਰ ਅਸੀਂ ਸਾਂਝ ਕੀਤੀ ਸੋਹਿਲਾ ਬਾਣੀ ਔਰ ਗगन, ਬਾਹਰਲੇ ਗगन ਤੋਂ ਇਲਾਵਾ ਮੇਰੇ ਉੱਚੀ ਸੋਚਣੀ ਨੂੰ ਗगन ਕਹਿੰਦੇ ਨੇ, ਭੈੜੀ ਸੋਚਣੀ ਨੂੰ ਪਾਤਾਲ ਕਹਿੰਦੇ ਨੇ। गगन में थाल रवचंद दीपक बने, अंदर ही ज्ञान प्रचंड दी अग्नि ਅਤੇ शीतलता चन्न वाली। ਇਹ ਸਾਰੇ ਅਸੀਂ ਉਹਦੇ ਵਿੱਚ ਅਰਥ ਸਾਂਝ ਕੀਤੇ ਕਿ ਇਹ ਮੇਰੇ ਅੰਦਰ ਕਿਵੇਂ ਵਾਪਰਦਾ ਹੈ, ਤੇ ਜਦੋਂ ਮੇਰੇ ਅੰਦਰ ਵਾਪਰਦਾ ਤਾਂ ਉਸ ਸ਼ਬਦ ਦਾ ਰਹਾਉ ਆਉਂਦਾ ਹੈ, ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ। ਤੁਸੀਂ ਮੇਰਾ ਡਰ ਜਦੋਂ ਕੱਟ ਦਿੰਦੇ ਹੋ ਔਰ ਮੇਰੇ ਅੰਦਰ ਜਦੋਂ ਤੁਹਾਡੀ ਨਿਰੰਤਰ ਨਿਵਾਵਲੀ ਦੀ ਆਰਤੀ ਹੁੰਦੀ ਹੈ ਤਾਂ ਗगन में थाल रवचंद दीपक बने, तारका मंडल जनक मोती, धूप मल्याण लो पवन चवरो करे, सगल बनराए फुलंत ज्योति। ਇੱਕ ਇੱਕ ਰੋਮ ਰੋਮ ਖਿੜ ਜਾਂਦਾ ਹੈ, ਇਹਨੂੰ ਸਗਲ ਬਨਰਾਏ ਫੁਲੰਤ ਜੋਤੀ ਕਹਿੰਦੇ ਨੇ। ਮਨੁੱਖ ਕਿਸੇ ਦੀ ਵੀ ਕੰਟੈਕਟ ਵਿੱਚ ਆਉਂਦਾ ਨਾ, ਪਿਆਰ ਕਰਦਾ ਉਸ ਨੂੰ, ਜੱਫੀ ਪਾਉਂਦਾ ਉਸ ਨੂੰ, ਹੇਟਰੇਡ ਦੀ ਲੁੱਕ ਵਾਲੇ ਕੰਡੇ ਛੱਡ ਦਿੰਦਾ ਹੈ, ਉਹਦੀ ਸਗਲ ਬਨਰਾਏ ਫੁਲੰਤ ਜੋਤੀ ਹੋ ਜਾਂਦੀ ਹੈ। ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ। ਅਸੀਂ ਕਿਉਂ ਨਹੀਂ ਕਿਸੇ ਨੂੰ ਇਸ ਤਰ੍ਹਾਂ ਪਿਆਰ ਕਰਦੇ ਹਾਂ, ਅਸੀਂ ਕਿਉਂ ਕੰਡੇ ਚੁਭਾਉਂਦੇ ਹਾਂ, ਸਾਡੀ ਜੱਫੀ ਕਿਉਂ ਸੰਕੀਰਨ ਹੋ ਗਈ ਹੈ, ਅਸੀਂ ਕਿਸੇ ਨੂੰ ਆਪਣੀ ਆਗੋਸ਼ ਵਿੱਚ ਕਿਉਂ ਨਹੀਂ ਲੈਂਦੇ ਹਾਂ। ਡਰ ਹੈ ਨੇੜੇ ਆ ਜਾਏਗਾ ਕੁਛ ਮੰਗ ਲੇਗਾ, ਇਹਨੂੰ ਟਾਈਮ ਦੇਣਾ ਪੈ ਜਾਏਗਾ, ਇਹਨੂੰ ਪੈਸੇ ਦੇਣੇ ਪੈ ਜਾਣਗੇ। ਪਰ ਗੁਰੂ ਪਾਤਸ਼ਾਹ ਕਹਿੰਦੇ ਜਿਹਦੀ ਇਹ ਫੁਲੰਤ ਜੋਤੀ ਹੋ ਜਾਂਦੀ ਹੈ, ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ। ਅਸੀਂ ਉਹਦੇ ਵਿੱਚ ਸਾਰਾ ਸਾਂਝ ਕੀਤਾ। ਜਦੋਂ ਮੰਦੇ ਖਿਆਲ ਸਾਡੇ ਦਿਮਾਗ ਵਿੱਚ ਨਹੀਂ ਆਉਂਦੇ ਨੇ, ਉਹਨੂੰ ਕਹਿੰਦੇ ਨੇ ਗगन ਨਗਰ ਇੱਕ ਬੂੰਦ ਨਾ ਬਰਖੈ। ਭੁਲੇਖੇ ਦੇ ਨਾਲ ਇਸ ਸ਼ਬਦ ਨੂੰ ਬਾਬਾ ਬੋਲਤੇ ਤੇ ਕਹਾਂ ਗਏ, ਅਸੀਂ ਸਮਝਦੇ ਸਾਂ ਜਦੋਂ ਕੋਈ ਬੰਦਾ ਮਰ ਜਾਏ ਉਹਦੇ ਵਾਸਤੇ ਗਾਇਆ ਜਾਂਦਾ ਹੈ ਤੇ ਬੜੇ ਚਾਅ ਦੇ ਨਾਲ ਗਾ ਹੀ ਦਿੱਤਾ ਜਾਂਦਾ ਹੈ। ਬਾਬਾ ਬੋਲਤੇ ਤੇ ਕਹਾ ਗਏ ਮੀਨਸ ਇਹ ਬੰਦਾ ਜੋ ਮਰ ਗਿਆ ਇਹ ਕਹਾਂ ਚਲਾ ਗਿਆ। ਦਰਅਸਲ ਮੇਰਾ ਮਨ ਜਿਹੜੇ ਭੈੜੇ ਬੋਲ ਬੋਲਦਾ ਸੀ ਉਹਦੇ ਗगन ਵਿੱਚ ਹੁਣ ਇੱਕ ਬੂੰਦ ਵੀ ਭੈੜੇ ਖਿਆਲਾਂ ਦੀ ਤ੍ਰਿਸ਼ਨਾ ਦੀ ਨਹੀਂ ਵਸਦੀ ਹੈ। ਗगन ਨਗਰ ਇੱਕ ਬੂੰਦ ਨਾ ਬਰਖੈ, ਉਹਦੀਆਂ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ। ਬਾਹਰਲਿਆਂ ਤੋਂ ਇਲਾਵਾ ਵਿਰਲੇ ਮਨ ਨੂੰ ਰਾਤੀ ਰੁੱਤੀ ਬਣਾਉਣ ਵਾਲਾ ਸੂਰਜੀ ਗਿਆਨ ਪ੍ਰਾਪਤ ਹੁੰਦਾ ਹੈ
ਤੇ ਥਿੱਤਾਂ ਵਾਰਾਂ ਵਾਲੇ ਚੰਨ ਦੀ ਸ਼ੀਤਲਤਾ ਨਿਜ ਘਰ ਅੰਦਰ ਆਤਮੇ ਵਿੱਚ ਪ੍ਰਾਪਤ ਹੁੰਦੀ ਹੈ। ਪਵਨ ਰੂਪੀ ਗੁਰੂ ਉਸ ਨੂੰ ਸੁਮਤ ਸਮਝ ਆਉਂਦੀ ਜਾਂਦੀ ਹੈ, ਸੰਤੋਖ ਰੂਪੀ ਪਾਣੀ ਉਸ ਨੂੰ ਅੰਦਰ ਦਾ ਸਮਝ ਆਉਂਦਾ ਜਾਂਦਾ ਹੈ, ਅਤੇ ਤ੍ਰਿਸ਼ਨਾ ਨੂੰ ਸਾੜਨ ਵਾਲੀ ਅਗਨੀ ਉਸ ਨੂੰ ਸਮਝ ਆ ਜਾਂਦੀ ਹੈ। ਸਾਧ ਸੰਗਤ ਜੀ, ਤ੍ਰਿਸ਼ਨਾ ਨੂੰ ਸਾੜਨ ਵਾਲੀ ਅਗਨੀ ਵੀ ਹੁੰਦੀ ਹੈ। ਜੋ ਅਸੀਂ ਭੋਜਨ ਖਾਂਦੇ ਹਾਂ, ਜੇ ਇਹ ਭੋਜਨ ਮੇਰੇ ਅੰਦਰ ਨਾ ਪਚੇ ਤਾਂ ਆਯੁਰਵੈਦਿਕ ਦੀ ਲੈਂਗੁਏਜ ਵਿੱਚ ਕਹਿੰਦੇ ਨੇ तुम्हारी जठरा अग्नि काम नहीं कर रही। जठर अग्नि काम ना करे, ਉਸ ਨੂੰ ਪੂਰੀ ਤਰੀਕੇ ਨਾਲ ਬਰਨ ਕਰਕੇ ਪਚਾਏਗੀ ਨਹੀਂ। ਸਾਡਾ ਇੱਕ ਤਾਪਮਾਨ ਹੁੰਦਾ ਔਰ ਉਹਦੇ ਨਾਲ ਉਹ ਜਠਰਾ ਅਗਨੀ ਦੇ ਨਾਲ ਉਸ ਨੂੰ ਕਰੇ। ਪਰ ਸੰਤੋਖ ਦਾ ਭੋਜਨ ਤਾਂ ਤੱਕ ਨਹੀਂ ਪਚਦਾ ਜਦੋਂ ਤੱਕ ਮੈਂ ਤ੍ਰਿਸ਼ਨਾ ਦੀ ਅਗਨੀ ਸਾੜਨ ਵਾਲੀ ਦੇ ਬਾਰੇ ਗਿਆਨ ਨਾ ਲਵਾਂ। ਉਹ ਜਦੋਂ ਮੈਂ ਲੈਂਦਾ ਤਾਂ ਪਤਾ ਕੀ ਹੋ ਜਾਂਦੀ ਹੈ ਅਵਸਥਾ, ਖੂਬ ਖਾਨਾ ਖੀਚੜੀ, ਖੂਬ ਖਾਨਾ ਖੀਚੜੀ, ਜਾਂ ਮੈਂ ਅੰਮ੍ਰਿਤ ਲੋ, ਜਾਂ ਮੈਂ ਅੰਮ੍ਰਿਤ ਲੋ। ਸਾਦਗੀ 'ਚ ਆ ਜਾਂਦਾ ਇਨਸਾਨ। ਵੇਖ ਪਰਾਈ ਚੋਪੜੀ ਨਾ ਤਰਸਾਈ ਜੀ, ਦੂਸਰਿਆਂ ਦਾ ਕੁਛ ਨਹੀਂ ਵੇਖਦਾ ਹੈ, ਆਪਣੀ ਸਾਦਗੀ ਸਿੰਪਲੀਸਿਟੀ 'ਚ ਆ ਜਾਂਦਾ ਹੈ ਔਰ ਉਸ ਨੂੰ ਤ੍ਰਿਸ਼ਨਾ ਨੂੰ ਸਾੜਨ ਵਾਲੀ ਅਗਨੀ ਦੀ ਸੋਝੀ ਹੋ ਜਾਂਦੀ ਹੈ ਅਤੇ ਉਸ ਦੀ ਨਵੀਂ ਸ੍ਰਿਸ਼ਟੀ ਦੀ ਧਰਤੀ ਬਣਦੀ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਸ ਨੂੰ ਸਮਝ ਆ ਜਾਂਦੀ ਹੈ ਇਹ ਜਿਹੜੀ ਬਾਹਰਲੀ ਸ੍ਰਿਸ਼ਟੀ ਹੈ ਇਹ ਵੀ ਝੂਠੀ ਨਹੀਂ, ਅਤੇ ਮੇਰੀ ਵੀ ਧਰਤੀ ਰੱਬ ਜੀ ਨੇ ਇਹ ਸਾਜੀ ਹੈ ਧਰਮ ਕਮਾਉਣ ਵਾਸਤੇ। ਸਾਧ ਸੰਗਤ ਜੀ, ਹੁਣ ਤੱਕ ਅਸੀਂ ਪਤਾ ਕੀ ਸੁਣਿਆ ਸੀ? ਹੁਣ ਤੱਕ ਅਸੀਂ ਇਹ ਸੁਣਿਆ ਸੀ ਇਹ ਸਾਰੀ ਸ੍ਰਿਸ਼ਟੀ ਝੂਠ ਹੈ, ਇਹ ਸਾਰੀ ਸ੍ਰਿਸ਼ਟੀ ਮਾਇਆ ਹੈ, पति पत्नी वोटी बच्चे सब माया है, सब झूठ है, मकान झूठ है, पैसा झूठ है, सोना झूठ है, सब कुछ माया है, सारी सृष्टि झूठी है। और सारिਆਂ ਨੂੰ ਝੂਠਾ ਕਹਿ ਕੇ ਅਸੀਂ ਪੰਕਤੀ ਜੋੜ ਲਈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਫਿਰ ਅਸੀਂ ਨਾਲ ਇੱਕ ਪੰਕਤੀ ਹੋਰ ਜੋੜ ਲਈ, ਜਗ ਰਚਨਾ ਸਭ ਝੂਠ ਹੈ। ਪਰ ਸਾਧ ਸੰਗਤ ਜੀ, ਜਗ ਦਾ ਮਤਲਬ ਹੁੰਦਾ ਮੇਰਾ ਥਾਟ ਪ੍ਰੋਸੈਸ। ਮੇਰਾ ਮਨ ਜਦੋਂ ਭੈੜੇ ਖਿਆਲ ਸੋਚਦਾ ਹੈ, ਇਸ ਨੂੰ ਜਗ ਰਚਨਾ ਸਭ ਝੂਠ ਕਹਿੰਦੇ ਨੇ। ਹੁਣ ਸਾਨੂੰ ਆਪਣਾ ਪੈਰਾਡਿਮ ਸ਼ਿਫਟ ਕਰਨਾ ਪਏਗਾ। ਮੈਂ ਹੁਣ ਤੱਕ ਸੁਣਿਆ ਸੀ ਕਿ ਇਹ ਸਾਰੀ ਸ੍ਰਿਸ਼ਟੀ ਝੂਠ ਹੈ। ਉਹ ਜੀ ਇਹ ਸਾਰੀ ਸ੍ਰਿਸ਼ਟੀ ਝੂਠ ਹੈ, ਇਸਕੋ ਇੱਕ ਦਿਨ ਛੋੜ ਕੇ ਜਾਣਾ ਪੜੇਗਾ। ਅਸੀਂ ਹੁਣ ਤੱਕ ਇਹ ਸੁਣਿਆ ਸੀ। ਸਰੀਰਕ ਤਲ 'ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਸੱਤ, ਕੀਆ ਸਭ ਸੱਤ। ਰੱਬ ਜੀ ਸੱਚੇ ਨੇ ਔਰ ਉਹਨਾਂ ਨੇ ਸ੍ਰਿਸ਼ਟੀ ਸੱਚੀ ਬਣਾਈ ਹੈ। ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ। ਇਹ ਤਾਂ ਬਾਣੀ ਕਹਿ ਰਹੀ ਹੈ ਕਿ ਰੱਬ ਜੀ ਨੇ ਸ੍ਰਿਸ਼ਟੀ ਬਣਾਈ ਔਰ ਸੱਚੀ ਬਣਾਈ ਹੈ। ਜਦੋਂ ਇਸ ਸ਼ਬਦ ਨੂੰ ਲੈ ਕੇ ਮੈਂ ਆਪਣੇ ਅੰਦਰ ਆਵਾਂਗਾ ਤਾਂ ਮੇਰੇ ਜਿਹੜੇ ਚੰਗੇ ਗੁਣਾਂ ਦੀ ਸ੍ਰਿਸ਼ਟੀ ਬਣਾਈ ਹੈ ਰੱਬ ਜੀ ਨੇ ਬਣਾਈ ਹੈ, ਝੂਠੀ ਤਾਂ ਹੈ ਹੀ ਨਹੀਂ ਹੈ। ਮੇਰਾ ਜਿੰਨਾ ਸਾਰਾ ਸਰੀਰ ਹੈ ਕੁਦਰਤ ਦੇ ਨਿਯਮ ਵਿੱਚ ਚੱਲਦਾ ਹੈ ਤਾਂ ਠੀਕ ਰਹਿੰਦਾ ਹੈ, ਕੁਦਰਤ ਦੇ ਨਿਯਮ ਤੋਂ ਬਾਹਰ ਹੋਏ ਤਾਂ ਨਹੀਂ ਚੱਲਦਾ। ਇਹਦਾ ਮਤਲਬ ਵੀ ਕੁਦਰਤ ਦੇ ਨਿਯਮਾਂ ਵਿੱਚ ਰਵੇ ਤਾਂ ਇਹ ਵਾਰ ਸਾਰਾ ਸਿਸਟਮ ਵੀ ਰੱਬ ਜੀ ਨੇ ਸ੍ਰਿਸ਼ਟੀ ਸਾਰੀ ਬਾਡੀ ਵੀ ਉਸ ਹਿਸਾਬ ਨਾਲ ਬਣਾਈ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਾਰੀ ਸ੍ਰਿਸ਼ਟੀ ਦੇ ਜਿਤਨੇ ਵੀ ਸੂਰਜ ਚੰਨ ਤਾਰੇ ਨੇ ਇਹ ਕੁਦਰਤ ਦੇ ਨਿਯਮ ਹੀ ਚੱਲ ਰਹੇ ਨੇ, ਇਹ ਤਾਂ ਝੂਠ ਨਹੀਂ ਹਨ। आप सत किया सब सत, तिस प्रभ ते सगली उत्पत। और ये जग सच्चे किया कोठड़ी सच्चे का विश्वास। और जपजी च रोज़ पढ़ते हाँ पर पढ़ते जल्दी हैं, इस करके ध्यान नहीं पैंदा। सोई सोई सदा सच साहिब साचा सच ही नहीं, असी रोज़ इंज पढ़ते हैं पर ध्यान नाल पढ़िए, रुक के पढ़िए। कह रहे हैं सोई सोई, दो दो अखर निखेड़ के पढ़ांगे ना, सोई सोई रब जी, सोई सोई सदा सच। कौन? साहिब साचा, साची नाई। ये सारी नाई, ये न्याई, ये सारी सृष्टि उन्हां दी सच्ची है। रब जी दी सृष्टि सच्ची है। इस सृष्टि विच एक गड़बड़ मन ने कीती है, ऊपर आए बैठे कुड़ियार। ये मन कुड़ियार आ गया है, इसने अपनी एक सृष्टि रची हुई है। उन्होंने कहते हैं जग रचना सब झूठ है, जान लियो रे मीत। ਇਹ ਮਨ ਜਦੋਂ ਕਿਸੇ ਦੇ ਨਾਲ ਫਰੈਂਡਸ਼ਿਪ ਕਰਦਾ ਹੈ, ਸ਼ੇਕ ਹੈਂਡ ਕਰਦਾ ਹੈ, ਸੋਚਦਾ ਹੈ ਬੰਦਾ ਕੱਲ ਕੰਮ ਆਏਗਾ, ਉਹ ਜਿਹੜੀ ਇਹਦੀ ਥਾਟ ਪ੍ਰੋਸੈਸ ਦੀ ਰਚਨਾ ਹੈ ਨਾ ਉਹ ਝੂਠੀ। ਉਹਨੂੰ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ।
ਵੈਨ ਐਵਰ ਵੀ ਗੋ ਨੀਅਰ ਟੂ ਸਮਬਾਡੀ ਵਿਦ ਵੈਸਟਿਡ ਇੰਟਰਸਟ, ਉਸ ਪ੍ਰੀਤ ਨੂੰ ਜਗ ਰਚਨਾ ਸਭ ਝੂਠ ਕਹਿੰਦੇ ਨੇ। ਉਸ ਪ੍ਰੀਤ ਨੂੰ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਹਿੰਦੇ ਨੇ। ਮਾਂ ਦੀ ਬੱਚੇ ਦੇ ਨਾਲ ਪ੍ਰੀਤ ਝੂਠੀ ਨਹੀਂ ਹੈ। ਜਦੋਂ ਮਾਂ ਨੂੰ ਨਾਲ ਦਾ ਬੱਚਾ ਆਪਣਾ ਨਹੀਂ ਲੱਗਦਾ, ਪਰਾਇਆ ਲੱਗਦਾ ਹੈ, ਤਾਂ ਪ੍ਰੀਤ ਮਾਂ ਦੇ ਮਨ ਦੇ ਕਾਰਨ ਝੂਠੀ ਹੋ ਜਾਂਦੀ ਹੈ। ਮਾਂ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਲਾਏ, ਦੂਜੇ ਬੱਚੇ ਨੂੰ ਵੀ ਨਾਲ ਲਗਾ ਲਵੇ, ਇਹ ਝੂਠੀ ਪ੍ਰੀਤ ਨਹੀਂ ਰਹੀ, ਇਹ ਹੁਣ ਸੱਚੀ ਪ੍ਰੀਤ ਹੋ ਗਈ। ਇੱਕ ਪਿਤਾ ਇੱਕ ਕੇ ਮੁਬਾਰਕ ਹੋ ਗਏ। ਤੀਸਰੀ ਧਰਤੀ ਥਾਪ ਰੱਖੀ ਧਰਮਸ਼ਾਲ। ਅਸੀਂ ਸ੍ਰਿਸ਼ਟੀ ਨੂੰ ਨਿੰਦ ਰਹੇ ਸੀ, ਬਾਹਰਲੀ ਧਰਤੀ ਨੂੰ। ਗੁਰੂ ਸਾਹਿਬ ਨੇ ਇਹ ਧਰਤੀ ਧਰਮਸ਼ਾਲ ਬਣਾਈ ਹੈ, ਇੱਥੇ ਧਰਮ ਕਮਾਉਣ ਵਾਸਤੇ। ਇਹ ਜੱਗ ਸੱਚੇ ਕੀ ਹੈ? ਕੋਠੜੀ। ਬਾਹਰਲਾ ਜੱਗ ਵੀ। ਅਤੇ ਜਦੋਂ ਸਤਿਗੁਰ ਦੀ ਮੱਤ ਲਵੋ ਤਾਂ ਮੇਰਾ ਥਾਟ ਪ੍ਰੋਸੈਸ ਵਾਲਾ ਜੱਗ ਵੀ ਸੱਚੇ ਕੀ ਕੋਠੜੀ ਬਣ ਜਾਂਦਾ ਹੈ। ਇਹ ਬਾਹਰਲਾ ਸਾਰੀ ਸ੍ਰਿਸ਼ਟੀ ਜਿਹਨੂੰ ਝੂਠ ਕਹਿ ਰਹੇ ਸਾਂ, ਗੁਰੂ ਨਾਨਕ ਸਭ ਤੋਂ ਪਹਿਲੀ ਫਿਲਾਸਫੀ ਜਿਸ ਵਿੱਚ ਸਾਰੀ ਸ੍ਰਿਸ਼ਟੀ ਨੂੰ ਨਿੰਦਿਆ ਜਾਂਦਾ ਸੀ, ਸਰੀਰ ਨੂੰ ਵੀ ਨਿੰਦਿਆ ਜਾਂਦਾ ਸੀ। ਤਾਂ ਹੀ ਸਿੱਧ ਜੋਗੀ ਸਰੀਰ ਉੱਤੇ ਹੱਠ ਜੋਗ ਕਰਦੇ ਸਨ, ਗ੍ਰਸਤੀ ਛੋੜ ਕੇ ਚਲੇ ਜਾਂਦੇ ਸਨ, ਤਿਆਗ ਕਰਦੇ ਸਨ, ਵਿਆਹ ਨਹੀਂ ਸਨ ਕਰਾਉਂਦੇ। ਗੁਰੂ ਸਾਹਿਬ ਕਹਿੰਦੇ ਨੇ ਇਹ ਸ੍ਰਿਸ਼ਟੀ ਸੱਚੀ ਹੈ, ਇਸ ਤੋਂ ਨਸ ਨਾ ਨਿੰਦੋ ਨਹੀਂ ਕਾਹੂ ਬਾਤ ਹੈ ਇਹ ਖਸਮ ਕਾ ਕੀਆ। ਇਹ ਰੱਬ ਜੀ ਦੀ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਤੀਸਰੀ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਧਰਮ ਕਮਾਉਣ ਵਾਸਤੇ ਤੈਨੂੰ ਜੀਵਨ ਜਾਚ ਸਿਖਾਈ ਜਾਣ ਵਾਸਤੇ ਤੈਨੂੰ ਜਨਮ ਮਿਲਿਆ। ਔਰ ਤੇਰੀ ਧਰਤੀ ਇਹ ਆਪਣੀ ਮਨ ਦੀ ਧਰਤੀ ਰੱਬ ਜੀ ਤਿਸ ਵੱਲੋਂ ਪ੍ਰਾਪਤ ਸਤਿਗੁਰ ਦੀ ਮੱਤ ਰਾਹੀਂ ਵਿਚਲੇ ਮਨ ਦੀ ਧਰਤੀ ਸਾਜੀ ਜਾਂਦੀ ਹੈ। ਵਿਰਲੇ ਮਨ ਦੀ, ਵਿਰਲੇ ਮਨ ਨੂੰ ਸੂਰਜ ਰੂਪੀ ਗਿਆਨ, ਚੰਨ ਰੂਪੀ ਸ਼ੀਤਲਤਾ, ਪਵਨ ਰੂਪੀ ਗੁਰੂ ਅਤੇ ਸੰਤੋਖ ਰੂਪੀ ਪਾਣੀ ਤੇ ਤ੍ਰਿਸ਼ਨਾ ਦੀ ਅੱਗ ਬਾਰੇ ਸੂਝ ਬਣ ਜਾਂਦੀ ਹੈ। ਪਤਾ ਲੱਗਦਾ ਕਿ ਮੇਰੀ ਨਵੀਂ ਰਚਨਾ 'ਚ ਸਭ ਚੰਗੇ ਗੁਣ ਰਜ਼ਾ ਹੁਕਮ ਨਿਯਮ ਮੁਤਾਬਕ ਸਾਜੇ ਗਏ ਨੇ। ਇਹਨਾਂ ਸਾਰਿਆਂ ਦਾ ਸਦਕਾ ਧਰਮ ਕਮਾਉਣ ਦੀ ਧਰਤੀ ਮੈਨੂੰ ਪ੍ਰਾਪਤ ਹੋਈ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ। ਜੀ ਜੁਗਤ ਕੀ ਹੁੰਦਾ? ਅਸੀਂ ਸ਼ੁਰੂ ਵਿੱਚ ਪੜ੍ਹਿਆ, ਜਦੋਂ ਪਹਿਲੀ ਪੌੜੀ ਆਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਤੋਂ ਅਗਲੀ ਪੌੜੀ ਆਈ ਹੁਕਮੀ ਹੋਵਨ ਆਕਾਰ। ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ। ਕਿਹੜੇ ਜੀ? ਇਹ ਕੁੱਤਾ ਬਿੱਲੀ ਸੱਪ ਇਹ ਤੇ ਕੁਦਰਤ ਦੇ ਨਿਯਮ ਵਿੱਚ ਬਣੇ ਨੇ। ਮੇਰੇ ਅੰਦਰ ਵੀ ਦੁਨੀਆ ਦੇ ਜਿਤਨੇ ਜੀ ਜੰਤ ਹਨ ਉਹਨਾਂ ਦੇ ਅਵਗੁਣ ਭਰੇ ਹੋਏ ਹਨ। ਮੈਂ ਕਿੱਥੋਂ ਨਾ ਕਿੱਥੋਂ ਉਹਨਾਂ ਨੂੰ ਬੋਰੋ ਕਰ ਲੈਂਦਾ ਹਾਂ। ਇੱਲ ਵਾਂਗੂ ਮੈਂ ਲੋਕਾਂ ਦੇ ਅਵਗੁਣ ਦੇਖਦਾ ਹਾਂ। ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਮੈਂ ਇੱਲਾਂ ਵਾਂਗੂ, ਮੇਰੀ ਨਜ਼ਰ ਤਾਂ ਬੜੀ ਤੇਜ਼ ਹੈ, ਪਰ ਮੈਂ ਹਜ਼ਾਰਾਂ ਫੁੱਟ ਉੱਪਰ ਉੜ ਕੇ ਵੀ ਮੁਰਦਾਰ ਲੱਭ ਲੈਂਦੀ ਹਾਂ, ਲੋਕਾਂ ਦਾ ਅਵਗੁਣ ਲੱਭ ਲੈਂਦੀ ਹੀ ਹਾਂ। ਇੱਲ ਹੋ ਗਏ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਮੈਂ ਇੱਕ ਨੰਬਰ ਦਾ ਦਰਜੇ ਦਾ ਖੋਤਾ ਹਾਂ। ਜੇ ਮੇਰੇ ਕੋਲ ਗੁਣ ਕੋਈ ਨਾ ਹੋਏ ਫਿਰ ਵੀ ਮੈਂ ਹੰਕਾਰ ਕਰਾਂ। ਇਸ ਤਰੀਕੇ ਦੇ ਨਾਲ ਜੀਆਂ ਜਨਤਾ ਦੇ ਹੁਕਮੀ ਹੋਵਨ ਜੀ। ਮੈਂ ਜੇ ਹੁਕਮ ਅਨੁਸਾਰ ਚੱਲਾਂ, ਮੇਰੇ ਅੰਦਰ ਦੇ ਸਾਰੇ ਜੀ ਠੀਕ ਹੋ ਸਕਦੇ ਹਨ। ਮੇਰਾ ਹਰਕਾਇਆ ਕੁੱਤਾ ਦੁਆਰਾ ਦੁਆਰ ਸੁਆਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਦੂਸਰਿਆਂ ਤੇ ਭੌਂਕਦਾ ਹੈ, ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਮੈਂ ਕੁੱਤੇ ਵਾਂਗੂ ਦੂਸਰਿਆਂ ਨੂੰ ਡੋਮੀਨੇਟ ਕਰਦਾ ਹਾਂ, ਨਰਕ ਵਿੱਚ ਪਿਆ ਰਹਿੰਦਾ ਹਾਂ। ਪਰ ਇਹ ਮੇਰਾ ਕੁੱਤਾ ਫਿਕਸਅਪ ਹੋ ਜਾਏ। स्वामी को ग्रह ज्यों सदा स्वान तजत नहीं नीत। नानक ये भी धार भजो ਇੱਕ ਮਨੋ ਇੱਕ ਚਿੱਤ। ਉਸ ਵੇਲੇ ਮੇਰਾ ਅੰਦਰ ਦਾ ਕੁੱਤਾ ਫਿਕਸਅਪ ਹੋ ਜਾਂਦਾ ਹੈ। ਅੰਦਰ ਦੇ ਸਾਰੇ ਜੀ ਜੰਤ ਫਿਕਸ ਹੋ ਜਾਣ, ਉਹਨਾਂ ਨੂੰ ਕਹਿੰਦੇ ਹੁਕਮੀ ਹੋਵਨ ਜੀ। ਇੱਥੇ ਕਹਿੰਦੇ ਨੇ ਉਹ ਜਦੋਂ ਆਪਣੀ ਸ੍ਰਿਸ਼ਟੀ ਸਜਦੀ ਹੈ, ਇਸ ਨੂੰ ਮਹਿਸੂਸ ਕਰਦਾ ਹੈ। ਤੇ ਇਸ ਵਿੱਚ ਜੀ ਜੁਗਤ ਕੇ ਰੰਗ, ਇਹਨੂੰ ਅਸੀਂ ਪੜ੍ਹਿਆ ਸੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੀ ਨੂੰ ਪਾਈ। ਹੁਕਮੀ ਹੋਵਨ ਜੀ ਉਸ ਨੂੰ ਸਮਝ ਆ ਜਾਂਦਾ ਹੈ। ਵਿਰਲਾ ਮਨ ਕੋਈ ਦੀ ਧਰਮ ਕਮਾਉਣ ਦੀ ਧਰਤੀ ਤੇ ਸ੍ਰਿਸ਼ਟੀ ਦੇ ਅਨੇਕਾਂ ਜੀਆਂ ਜਨਤਾ ਵਿੱਚ ਵਰਤ ਰਹੇ ਉਸਾਰੂ ਗੁਣ ਕਮਾਉਣ ਦੀ ਉਸ ਨੂੰ ਸੋਝੀ ਆ ਜਾਂਦੀ ਹੈ। ਤਿੰਨ ਕੇ ਨਾਮ ਅਨੇਕ ਅਨੰਤ। ਉਹ ਇਹ ਸਾਰੇ ਕਮਾਉਂਦਾ ਹੈ। ਇੱਥੋਂ ਇੱਕ ਨਵੇਂ ਸ਼ਬਦ ਦੀ ਜਿਸਟ ਖੁੱਲ੍ਹਦੀ ਹੈ।
84 ਲੱਖ ਜੋਨ ਪਾਈ ਰਿਜ਼ਕ ਦਿਆ ਸਭੂ ਕੋ ਤਦ ਕਾ। ਇਹ 84 ਲੱਖ ਜੋਨ ਕਿਹੜੀ ਹੈ? ਮੇਰੇ ਅੰਦਰ ਜਿਤਨੇ ਜੀ ਜੰਤ ਹਨ, ਜਦੋਂ ਉਹ ਐਲੀਵੇਟ ਨਹੀਂ ਹੋਏ ਨੇ, ਮੈਂ ਕੁੱਤੇ, ਬਿੱਲੀ, ਸੱਪ, ਇੱਲ, ਕਾਂ, ਦਮੂਆ ਸੱਪ ਵਾਂਗੂ ਇਹ ਸਾਰੇ ਐਕਸ਼ਨਸ ਲੋਮੜੀ ਵਾਲੇ ਚਲਾਕੀਆਂ ਕਰਦਾ ਹਾਂ। ਜੇ ਇਹ ਸਾਰੇ ਐਲੀਵੇਟ ਹੋ ਜਾਣ ਨਾ, ਇਹਨਾਂ ਦੇ ਐਲੀਵੇਟ ਹੋਣ ਪਿੱਛੇ ਨਾ ਮੈਨੂੰ ਸਤਿਗੁਰ ਦੀ ਮੱਤ ਦਾ ਰਿਜ਼ਕ ਭੋਜਨ ਦਿੱਤਾ ਜਾਂਦਾ ਹੈ, ਇਹ ਤਾਂ ਐਲੀਵੇਟ ਹੁੰਦੇ ਨੇ। ਵਰਨਾ ਮੇਰੇ ਅੰਦਰ ਸਾਰੇ ਪਸ਼ੂ ਜਾਨਵਰ ਕਰਤੂਤ ਪਸ਼ੂ ਕੀ ਮਾਨਸ ਜਾਤ ਹੁੰਦੇ ਨੇ। 84 ਲੱਖ ਜੋਨ ਉਪਾਈ, ਮੇਰੇ ਸਾਰੇ ਜੀ ਜੰਤ ਠੀਕ ਕੀਤੇ। ਕਿਵੇਂ? ਰਿਜ਼ਕ ਦਿਆ। ਰਿਜ਼ਕ ਕਿਹੜਾ? ਇਹ ਬਾਹਰਲਾ ਆਟਾ ਪਾਣੀ ਦਾਲ ਦੀ ਨਹੀਂ ਗੱਲ ਚੱਲਦੀ। ਰਿਜ਼ਕ ਦਿੱਤਾ ਸੰਤੋਖ ਦਾ। ਮੇਰੇ ਸਾਰੇ, ਮੇਰਾ ਲੋਭੀ ਕੁੱਤਾ ਫਿਕਸਅਪ ਹੋ ਗਿਆ, ਮੇਰਾ ਗਰੀਡੀ ਡੌਗ ਫਿਕਸਅਪ ਹੋ ਗਿਆ, ਹੁਣ ਦੁਆਰੇ ਦੁਆਰ ਨਹੀਂ ਭਟਕਦਾ। ਇੰਜ ਮੇਰਾ ਕਾਮੀ ਹਾਥੀ ਠੀਕ ਹੋ ਗਿਆ। ਇਸ ਤਰੀਕੇ ਨਾਲ ਸਾਡੀ ਇੱਕ ਟੇਪ ਆਈ, ਰਾਜਾ ਰਾਮ ਕਾਕਰੀ ਆਮਰੇ ਪਕਾਏ, ਉਹਦੇ ਅੰਦਰ ਕਮ ਅਜ਼ ਕਮ 29 ਜੀ ਕਿਸ ਤਰ੍ਹਾਂ ਐਲੀਵੇਟ ਹੁੰਦੇ ਨੇ। ਇਹ ਸਾਰੇ ਉਹਦੇ ਅੰਦਰ ਸ਼ਬਦ। ਕਿਹੜਾ ਬੰਦਾ ਕੋਰਾ ਹੈ, ਜਿਹੜਾ ਬੰਦਾ ਬਿਲਕੁਲ ਕੋਰਾ ਹੋਏ ਨਾ, ਦੂਜਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ, ਆਪਣੇ ਕਮਰੇ ਅੰਦਰ ਬੈਠਾ ਰਹਿੰਦਾ, ਆਪਣੇ ਆਪ ਨੂੰ ਹੰਕਾਰਿਆ ਸਮਝਦਾ, ਮੈਨੂੰ ਨੌਲੇਜ ਬੜੀ ਹੈ, ਮੈਂ ਅਮੀਰ ਬੜਾ ਹਾਂ, ਔਰ ਦੂਸਰਿਆਂ ਨੂੰ ਪਾਪੀ ਸਮਝਦਾ, ਕੋਰਾਪਨ ਆ ਜਾਂਦਾ ਨਾ। ਉਸ ਸ਼ਬਦ ਨੇ ਦੱਸਿਆ ਹੈ ਕਿ ਉਹ ਕੋਰਾਪਨ ਕਛੂਆਪਨਾ ਹੁੰਦਾ ਹੈ। ਕਛੂਆ ਆਪਣੇ ਖੋਲ ਅੰਦਰ ਹੀ ਰਹਿੰਦਾ ਹੈ, ਥੱਲੇ ਥੱਲੇ ਹੀ ਬੈਠਾ ਰਹਿੰਦਾ ਪਾਣੀ ਦੇ। ਪਰ ਮੇਰਾ ਕੋਰਾਪਨ ਠੀਕ ਹੋ ਗਿਆ, ਮੇਰਾ ਉਹ ਕਛੂਆ ਠੀਕ ਹੋ ਗਿਆ। ਕਛੂਆ ਕਹੇ ਅੰਗਾਰ ਵੀ ਲੋਰੋਂ, ਉਹ ਤਪਸ਼ ਮੰਗਦਾ ਹੈ ਹੁਣ। ਸਾਰੇ ਜੀ ਜੰਤ, ਤਿਨਕੇ ਨਾਮ ਅਨੇਕ ਅਨੰਤ, ਸਾਰੇ ਜੀਆਂ ਜਨਤਾਂ ਨੂੰ ਫਿਕਸਅਪ ਕਰਨ ਦੀ ਉਸਨੂੰ ਜਾਚ ਆਉਂਦੀ ਹੈ, ਔਰ ਇਹਨਾਂ ਨੂੰ ਇੱਥੇ ਮਾਣਦਾ ਹੈ ਜਦੋਂ ਦੀ ਸ੍ਰਿਸ਼ਟੀ ਸਜਦੀ ਹੈ। ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਥੋਂ ਮੇਰਾ ਸਮਾਂ ਹੋ ਗਿਆ ਹੈ, ਮੈਂ ਵਾਧੂ ਸਮਾਂ ਨਹੀਂ ਲਵਾਂਗਾ। ਕੱਲ੍ਹ ਅਸੀਂ ਇੱਥੋਂ ਵਿਚਾਰ ਅੱਗੇ ਸਾਂਝ ਕਰਾਂਗੇ।